ਸਵਾਗਤ। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट इंदरप्रीत जी और रजी भास्कर जी, दोनों नूं जी आया। बहुत बहुत शुक्रिया रंधावा जी। ਰਨ ਸਤਿ ਸ੍ਰੀ ਅਕਾਲ ਜੀ। ਕੁਝ ਸਵਾਲਾਂ ਨਾਲ ਸ਼ੁਰੂ ਕਰਦੇ ਹਾਂ ਕਿ ਅੱਜ ਜਲੰਧਰ ਦੀ ਜ਼ਿਮਨੀ ਚੋਣ ਅਨਾਉਂਸ ਹੋ ਜਾਏਗੀ। ਅੱਜ ਇੱਕ ਪ੍ਰੋਗਰਾਮ ਆਇਆ ਹੈ ਕਿ 11 ਵਜੇ ਦੇ ਕਰੀਬ ਚੋਣ ਕਮਿਸ਼ਨ ਪ੍ਰੈਸ ਕਾਨਫਰੰਸ ਕਰੇਗਾ। ਕੀ ਅਮਨ ਕਾਨੂੰਨ ਦੀ ਸਥਿਤੀ ਦੇ ਚੱਲਦਿਆਂ ਜਲੰਧਰ ਲਟਕਾਤਾ ਜਾਊਗਾ ਜਾਂ ਜਲੰਧਰ ਦੀ ਵੀ ਅੱਜ ਐਲਾਨ ਹੋ ਜਾਊਗੀ? ਦੂਜਾ ਸਵਾਲ, ਕੀ ਰਾਹੁਲ ਗਾਂਧੀ ਵਾਲੀ ਖਾਲੀ ਹੋਈ ਸੀਟ ਤੇ ਵੀ ਅੱਜ ਹੀ ਇਲੈਕਸ਼ਨ ਡਿਕਲੇਅਰ ਕਰਤੀ ਜਾਊਗੀ? ਕੀ ਨਵਜੋਤ ਸਿੰਘ ਸਿੱਧੂ ਅਪ੍ਰੈਲ ਦੇ ਦੂਜੇ ਹਫ਼ਤੇ ਛੱਡਤੇ ਜਾਣਗੇ ਜਦੋਂ ਕਿ ਉਹਨਾਂ ਦੀ ਸਜ਼ਾ ਅਧਿਕਾਰਤ ਤੌਰ ਤੇ ਲਗਭਗ ਛੁੱਟੀਆਂ ਕੱਟ ਕੇ ਪੂਰੀ ਹੋ ਰਹੀ, ਜਾਂ ਜੇ ਚੋਣ ਹੋ ਗਈ ਤਾਂ ਉਹ ਚੋਣ ਦੀ ਭੇਟ ਚੜ ਜਾਣਗੇ, ਫਿਰ ਉਹ ਨਿਯਤ ਡੇਟ ਤੇ ਹੀ ਛੱਡੇ ਜਾਣਗੇ? ਇਹ ਕੁਝ ਸਵਾਲ ਨੇ ਜਿਹੜੇ ਤੁਹਾਡੇ ਵੱਲ ਨੇ। ਵੈਸੇ ਵਕਤ ਦੀ ਆਪਣੀ ਤੋਰ ਹੁੰਦੀ ਆ ਜਿਹੜੀ ਬੜੇ ਵੱਡਿਆਂ ਨੂੰ ਵੀ ਪਛਾੜ ਦਿੰਦੀ। ਮੈਨੂੰ ਯਾਦ ਆਉਂਦਾ 9 ਸੈਕਟਰ ਦਾ ਮੰਜ਼ਰ, ਜਿੱਥੇ ਪ੍ਰਕਾਸ਼ ਸਿੰਘ ਬਾਦਲ ਰਿਹਾ ਕਰਦੇ ਸੀਗੇ ਔਰ ਉਹਨਾਂ ਦੇ ਨਾਲ ਹੀ ਕੈਪਟਨ ਕਵਲਜੀਤ ਦੀ ਕੋਠੀ ਹੁੰਦੀ ਸੀ। ਇੱਕ ਕਾਰਨਰ ਤੇ ਉਹ ਸੀਗੀ, ਅੱਗੇ ਜਾ ਕੇ ਬਾਦਲ ਸਾਹਿਬ ਦੀ ਸੀਗੀ। ਕੈਪਟਨ ਕਵਲਜੀਤ ਉਹਨਾਂ ਦਿਨਾਂ ਦੇ ਵਿੱਚ ਅਕਾਲੀ ਦਲ ਦੇ ਸਾਰੇ ਫੈਸਲਿਆਂ ਦੇ ਵਿੱਚ ਪ੍ਰਮੁਖਤਾ ਨਾਲ ਖੜੇ ਹੁੰਦੇ ਸੀ। ਬਾਦਲ ਸਾਹਿਬ ਦੇ ਕੰਨ 'ਚ ਲਗਾਤਾਰ ਉਹ ਪਬਲਿਕ ਪਲੇਸਿਸ ਤੇ ਕੁਝ ਨਾ ਕੁਝ ਕਹਿ ਰਹੇ ਹੁੰਦੇ ਸੀ। ਬੜੇ ਪਾਵਰਫੁਲ ਲੀਡਰ ਸੀ। ਕੱਲ ਉਹਨਾਂ ਦੇ ਪੁੱਤਰ ਜਸਜੀਤ ਸਿੰਘ ਬੰਨੀ ਨਾਲ ਸੰਬੰਧਿਤ ਇੱਕ ਅਦਾਲਤ 'ਚ ਫੈਸਲਾ ਆਉਂਦਾ ਹੈ। ਮੈਂ ਜ਼ਿਕਰ ਉਹਨਾਂ ਰਾਹਾਂ ਦੀ ਕਰ ਰਿਹਾ ਜਿਨ੍ਹਾਂ ਰਾਹਾਂ ਤੇ ਪੈੜਾਂ ਬੜੀਆਂ ਮੋਕਲੀਆਂ ਨੇ ਔਰ ਬੜੀਆਂ ਪੁਖਤਾ ਨੇ, ਪਰ ਅੱਜ ਦੇ ਦਿਨ ਦੇ ਵਿੱਚ ਉਹ ਨਕਸ਼ ਮਿਟਦੇ ਜਾਂਦੇ ਆ। ਇਸੇ ਤਰ੍ਹਾਂ ਬਾਦਸ਼ਾਹਤਾਂ ਕਿੱਦਾਂ ਪਿੱਛੇ ਧੱਕਦੀਆਂ ਜਾਂਦੀਆਂ, ਇਹ ਸਾਰੀਆਂ ਗੱਲਾਂ ਨੇ। ਖੈਰ, ਆਪਾਂ ਚੱਲਦੇ ਹਾਂ ਹੁਣ ਖਬਰਾਂ ਦੇ ਉੱਤੇ। ਅੰਮ੍ਰਿਤਪਾਲ ਨੂੰ ਲੈ ਕੇ ਹੁਸ਼ਿਆਰਪੁਰ ਦੇ ਵਿੱਚ ਕਾਫੀ ਸਰਚ ਅਭਿਆਨ ਰਾਤੀ ਚੱਲਿਆ। ਇੱਕ ਇਨੋਵਾ ਦਾ ਪਿੱਛਾ ਕਰਦੀ ਪੁਲਿਸ ਕਾਫੀ ਦੇਰ ਤੱਕ, ਹੁਣ ਤੱਕ ਵੀ ਛਣ ਕੇ ਖਬਰਾਂ ਸੀ ਕਿ ਸਰਚ ਅਭਿਆਨ ਜਾਰੀ ਹੈ। ਦੂਜਾ, ਅੰਮ੍ਰਿਤਪਾਲ ਨੂੰ ਲੈ ਕੇ ਇੱਕ ਸਟੂਡੈਂਟ ਵੱਲੋਂ ਉਹਨੂੰ ਦਿੱਲੀ ਦੇ ਕਿਸੇ ਫਲੈਟ ਦੇ ਵਿੱਚ ਪਨਾਹ ਦਿੱਤੇ ਜਾਣ ਦੀ ਖਬਰ ਇੱਕ ਅਖਬਾਰ 'ਚ ਪ੍ਰਮੁਖਤਾ ਨਾਲ ਛਾਇਆ ਹੋਈ ਹੈ। ਇੱਕ ਬੀਬੀ ਨੂੰ ਫੜੇ ਜਾਣ ਦੀ ਗੱਲ ਵੀ ਆ ਰਹੀ ਆ। ਅਸੀਂ ਭਾਸਕਰ ਸਾਹਿਬ ਤੋਂ ਜਾਣਕਾਰੀ ਲੈਂਦੇ ਹਾਂ। ਨਸ਼ਿਆਂ ਦਾ ਮਾਮਲਾ ਕੱਲ ਹਾਈ ਕੋਰਟ ਦੇ ਵਿੱਚ ਪੇਸ਼ ਹੁੰਦਾ ਹੈ ਔਰ ਇਹ ਮਾਮਲਾ ਉੱਥੇ ਵੱਡੇ ਅਫਸਰਾਂ ਦੀ ਖਹਿਬਾਜ਼ੀ ਨਾਲ ਸੰਬੰਧਿਤ ਬਣ ਜਾਂਦਾ ਹੈ। ਇਹਦੇ ਉੱਤੇ ਨੋਟਿਸ ਜਾਰੀ ਹੁੰਦੇ ਆ। ਇਹਦੇ ਉੱਤੇ ਇੱਕ ਸਾਬਕਾ ਡੀਜੀਪੀ ਸੁਰੇਸ਼ ਅਰੋੜਾ, ਜਿਨ੍ਹਾਂ ਨੇ ਆਪਣੀ ਧਿਰ ਬਣਨ ਦੀ ਅਰਜ਼ੀ ਲਾਈ ਹੋਈ ਸੀ ਕਿ ਮੈਨੂੰ ਵੀ ਸੁਣੋ, ਉਹ ਕਹਿ ਰਹੇ ਕਿ ਇਹ ਸਾਰਾ ਮਾਮਲਾ ਨਸ਼ੇ ਨਾਲੋਂ ਵੀ ਜ਼ਿਆਦਾ ਸਾਡੇ ਅਹੁਦਿਆਂ ਦੀ ਖਹਿਬਾਜ਼ੀ ਦਾ। ਇਹ ਦਿਲਚਸਪ ਪੱਖ ਨੇ। ਨਾਲ ਹੀ ਵਿਜੀਲੈਂਸ ਦੇ ਨਜ਼ਰੀਏ ਤੋਂ ਕੱਲ ਸਾਬਕਾ ਵਜ਼ੀਰਾਂ ਨਾਲ ਵੀ ਕੁਝ ਨਾ ਕੁਝ ਹੁੰਦਾ ਰਿਹਾ। ਉਹ ਸਾਂਝ ਪਾਉਣਗੇ ਤੁਹਾਡੇ ਨਾਲ ਭਾਸਕਰ ਸਾਹਿਬ, ਤੇ ਫਿਰ ਆਪਾਂ ਚੱਲਾਂਗੇ ਸਾਡੇ ਨਾਲ ਜੱਗੋਂ ਤੇਰਵੀਂ ਕਿੱਦਾਂ ਹੁੰਦੀ ਆ। ਇਹ ਵੀ ਸਵਾਲ ਬੜਾ ਵੱਡਾ ਹੈ। ਤੁਹਾਨੂੰ ਯਾਦ ਹੋਣਾ, ਕਰੋਨਾ 'ਚ ਸਭ ਥੰਮ ਗਿਆ ਸੀ, ਸਾਡੇ ਥਰਮਲ ਪਲਾਂਟ ਵੀ ਥੰਮ ਗਏ ਸੀ। ਔਰ ਥਰਮਲ ਪਲਾਂਟ ਜਦੋਂ ਥੰਮ ਗਏ ਤੇ ਜਿਹੜੇ ਫਿਕਸ ਚਾਰਜ ਦੇਣੇ ਹੀ ਪੈਂਦੇ ਆ, ਉਹਨਾਂ ਦੇ ਸਮਝੌਤਿਆਂ 'ਚ ਕਿਤੇ ਲਿਖਿਆ ਸੀਗਾ ਕਿ ਜਦੋਂ ਕੋਈ ਕੁਦਰਤੀ ਆਫਤ ਆ ਜੇ ਤਾਂ ਉਹ ਫਿਕਸ ਚਾਰਜ ਜਿਹੜੇ ਖੜੇ ਖਲੋਤੇ ਹੌਂਕਦੇ ਹਾਥੀਆਂ ਨੂੰ ਅਸੀਂ ਦੇਣੇ ਹੁੰਦੇ ਆ, ਵੀ ਉਹ ਨਹੀਂ ਦੇਾਂਗੇ। ਆਪਣਾ PSPCL ਚਲੇ ਗਿਆ ਸੁਪਰੀਮ ਕੋਰਟ, ਉੱਥੋਂ ਹੁਣ ਕੱਲ ਰਾਤ ਨਹੀਂ ਮਿਲੀ। ਕਾਰਪੋਰੇਟ ਤਗੜਾ ਹੁੰਦਾ, ਉਹਨੇ ਪਲੀ ਵੱਡੀ ਲੈ ਲਈ। 500 ਕਰੋੜ ਰੁਪਏ ਦੀ ਰਾਹਤ ਮੰਗਦਾ PSPCL, ਪਿਛਾਂ ਮੁੜ ਆਇਆ ਚੁੱਪ ਕਰਕੇ। ਆਪਾਂ 2 ਖਬਰਾਂ ਹੋਰ ਲੈਣੀਆਂ ਨੇ, ਅਹਿਮ ਨੇ, ਪਰ ਚਲੋ ਆਪਾਂ ਪਹਿਲਾਂ ਅੱਗੇ ਗੱਲ ਤੋਰ ਲੈਂਦੇ ਆ। ਉਲਝ ਜਾਵਾਂਗੇ, ਫਾਇਦਾ ਕੋਈ ਨਹੀਂ। ਜਲੰਧਰ ਦੇ ਮੈਡੀਕਲ ਕਾਲਜ ਨਾਲ ਵੀ ਜੁੜੀ ਖਬਰ, ਮੁੱਖ ਮੰਤਰੀ ਸਾਹਿਬ ਦੀ ਫੋਟੋ ਨਾਲ ਵੀ ਜੁੜੀ ਖਬਰ ਹੈ, ਕੁਝ ਖਬਰਾਂ ਹੋਰ ਨੇ। ਭਾਸਕਰ ਸਾਹਿਬ, ਜੇ ਥੋੜੀ ਦੇਰ ਬਾਅਦ ਕਰਨਾਟਕ ਦਾ ਚੋਣ ਅਮਲ ਸ਼ੁਰੂ ਹੋਣ ਵਾਲਾ ਹੈ, ਚੋਣ ਕਮਿਸ਼ਨ ਅਨਾਉਂਸਮੈਂਟ ਕਰਨ ਵਾਲਾ ਹੈ, ਤਾਂ ਕੀ ਉਦੋਂ ਜਲੰਧਰ ਦੀ ਜ਼ਿਮਨੀ ਚੋਣ ਵੀ ਐਲਾਨਤੀ ਜਾਊਗੀ? ਜਿਵੇਂ ਸਾਰੀਆਂ ਪਾਰਟੀਆਂ ਦੀ ਸਰਗਰਮੀ ਹੈ। ਰੂਪਾਨੀ ਸਾਹਿਬ ਇੱਥੋਂ ਦੇ ਇੰਚਾਰਜ, ਸਾਬਕਾ ਮੁੱਖ ਮੰਤਰੀ ਗੁਜਰਾਤ, ਜਲੰਧਰ 'ਚ ਹੀ ਸੀਗੇ। ਕੱਲ ਮੁੱਖ ਮੰਤਰੀ ਲਗਾਤਾਰ 3 ਦਿਨ ਜਲੰਧਰ 'ਚ ਰਹੇ। ਸੁਖਬੀਰ ਸਿੰਘ ਬਾਦਲ ਪਿਛਲੇ ਹਫ਼ਤੇ ਜਲੰਧਰ 'ਚ ਰਹੇ। ਸਰਗਰਮੀ ਪੂਰੀ ਵਿੱਢੀ ਹੋਈ ਆ। ਕਾਂਗਰਸ ਨੇ ਉਮੀਦਵਾਰ ਐਲਾਨਤਾ ਹੈ। ਧਰੀਆਂ ਧਰਾਈਆਂ ਸਭ ਦੀਆਂ ਰਹਿ ਜਾਣਗੀਆਂ। ਚੋਣ ਕਰਾਉਣੀ ਦੋਨਾਂ ਸੱਤਾਧਾਰੀਆਂ ਨੂੰ ਵਾਰਾ ਖਾਂਦੀ ਹੈ ਕਿ ਨਹੀਂ ਖਾਂਦੀ, ਅਮਨ ਕਾਨੂੰਨ ਦੀ ਭੇਟ ਤਾਂ ਨਹੀਂ ਚੜ ਜਾਊਗੀ? ਤੇ ਦੂਜਾ ਸਵਾਲ, ਕੀ ਰਾਹੁਲ ਗਾਂਧੀ ਵੱਲੋਂ ਜਿਹੜੀ ਖਾਲੀ ਹੋਈ ਸੀਟ ਆ, ਜਿਹਨੂੰ ਐਲਾਨਤਾ ਗਿਆ ਚੋਣ ਕਮਿਸ਼ਨ ਦੀ ਵੈਬਸਾਈਟ ਤੇ ਖਾਲੀ, ਕੀ ਉਹਦਾ ਵੀ ਚੋਣ ਅਮਲ ਅੱਗੇ ਵੱਧ ਜਾਊਗਾ? ਬੜੀ ਦਿਲਚਸਪ ਸਥਿਤੀ ਬਣ ਗਈ ਆ। ਔਰ ਕੀ ਨਵਜੋਤ ਸਿੰਘ ਸਿੱਧੂ ਨੂੰ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਚੁਣਾਵੀ ਰਣਨੀਤੀ ਦੇ ਨਜ਼ਰੀਏ ਤੋਂ? ਗੱਲ ਤੋਰੋ। ਜਿਸ ਤਰ੍ਹਾਂ की उम्मीद सी कि 30 ਮਾਰਚ ਤੋਂ ਪਹਿਲੇ ਕਰਨਾਟਕਾ ਦੇ ਇਲੈਕਸ਼ਨ ਅਨਾਉਂਸ ਹੋ ਜਾਣਗੇ। ਮਾਰਚ 29 ਅੱਜ ਹੈਗੀ ਹੈ, 11:30 ਵਜੇ ਇਲੈਕਸ਼ਨ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਬੁਲਾ ਰਹੀ ਹੈ।
ਹੁਣ ਗੱਲ ਐਵੇਂ ਕਿ ਪੰਜਾਬ ਦੇ ਵਿੱਚ ਜਲੰਧਰ ਦੇ ਬਾਈ ਇਲੈਕਸ਼ਨ ਜਿਹੜੇ ਡਿਊ ਸੀਗੇ, ਜਿਹਦੇ ਤਿਆਰੀਆਂ ਤਕਰੀਬਨ ਸਾਰੀ ਪੋਲੀਟੀਕਲ ਪਾਰਟੀਆਂ ਕਰ ਰਹੀ ਹੈ, ਹੁਣ ਉਹ ਵੀ ਅੱਜ ਕਰਨਾਟਕਾ ਦੇ ਇਲੈਕਸ਼ਨ ਦੇ ਨਾਲ ਅਨਾਉਂਸ ਹੁੰਦੇ ਨੇ। ਇਹ ਦੇਖਣ ਵਾਲੀ ਗੱਲ ਹੈਗੀ, ਉਮੀਦ ਹੈ ਕਿ ਹੋ ਜਾਣਗੇ। ਉਸ ਤੋਂ ਇਲਾਵਾ ਵਾਇਨਾਡ ਦੀ ਉਹ ਸੀਟ ਜਿਹੜੀ ਹੁਣੇ ਕੁਝ ਦਿਨ ਪਹਿਲੇ ਖਾਲੀ ਹੋਈ ਹੈ, ਜਦ ਸੂਰਤ ਕੋਰਟ ਨੇ ਇੱਕ ਡਿਸੀਜਨ 2 ਸਾਲ ਦੀ ਸਜ਼ਾ ਦਾ ਮਾਨਹਾਨੀ ਦੇ ਮਾਮਲੇ ਦੇ ਵਿੱਚ ਰਾਹੁਲ ਗਾਂਧੀ ਨੂੰ ਦਿੱਤੀ ਹੈ। ਉਸ ਤੋਂ ਬਾਅਦ ਵਾਇਨਾਡ ਦੀ ਸੀਟ ਨੂੰ ਇਲੈਕਸ਼ਨ ਕਮਿਸ਼ਨ ਨੇ ਆਪਣੀ ਵੈਬਸਾਈਟ ਦੇ ਵਿੱਚ ਵੈਕੈਂਟ ਦਿਖਾਇਆ ਹੋਇਆ ਤੇ ਉਮੀਦ ਹੈ ਕਿ ਅੱਜ ਵਾਇਨਾਡ ਦੇ ਵੀ ਇਲੈਕਸ਼ਨ ਅਨਾਉਂਸ ਹੋ ਸਕਦੇ ਨੇ। ਹੁਣ ਅੱਜ ਇਲੈਕਸ਼ਨ ਅਨਾਉਂਸ ਹੋਣ ਤੋਂ ਬਾਅਦ ਵੱਖ-ਵੱਖ ਪੋਲੀਟੀਕਲ ਪਾਰਟੀਆਂ ਜਿਹੜੀ ਜਲੰਧਰ ਦੇ ਵਿੱਚ ਬੜੀ ਸਰਗਰਮੀ ਨਾਲ ਅੱਗੇ ਵਧ ਰਹੀ ਹੈ, ਉਹਨਾਂ ਨੂੰ ਆਪਣੇ ਫੇਸ, ਆਪਣੇ ਲਾੜੇ ਤਿਆਰ ਕਰਨੇ ਪੈਣੇ ਆ, ਕਿਉਂਕਿ ਅਨਾਉਂਸਮੈਂਟ ਵੀ 2-3 ਦਿਨਾਂ ਦੇ ਵਿੱਚ ਹੀ ਹੋਣੀ ਹੈ। ਕਾਂਗਰਸ ਨੂੰ ਛੱਡ ਕੇ ਬਾਕੀ ਸਾਰੀ ਪੋਲੀਟੀਕਲ ਪਾਰਟੀਆਂ ਕੈਂਡੀਡੇਟ ਦੇ ਸਿਲੈਕਸ਼ਨ ਦੇ ਮਾਮਲੇ ਦੇ ਵਿੱਚ ਹਜੇ ਕਨਫਿਊਜ਼ ਨਜ਼ਰ ਆਉਂਦੀ ਹੈ। ਕੌਣ ਕਿਹਦਾ ਕੈਂਡੀਡੇਟ ਹੋਏਗਾ, ਕਿਹੜੀ ਪੋਲੀਟੀਕਲ ਪਾਰਟੀ ਦਾ ਚਿਹਰਾ ਦੂਜੀ ਪੋਲੀਟੀਕਲ ਪਾਰਟੀ ਦੇ ਚਿਹਰਾ ਹੁਣ ਬਤੌਰ ਕੈਂਡੀਡੇਟ ਬਣੇਗਾ, ਇਹਦੀ ਵੀ ਗੱਲਾਂ ਤੁਰਦੀ ਹੈ। ਵਾਇਨਾਡ ਦੇ ਵਿੱਚ ਅਗਰ ਇਲੈਕਸ਼ਨ ਹੁੰਦੇ ਨੇ ਤੇ ਪ੍ਰਿਯੰਕਾ ਗਾਂਧੀ ਉੱਥੋਂ ਇਲੈਕਸ਼ਨ ਉਤਰ ਸਕਦੀ ਹੈ, ਇਹਦੀ ਕੰਸੋ ਵੀ ਲੱਗੀ ਹੈ। ਪਰ ਚਲੋ ਹੁਣ ਕੰਮ ਬੜਾ ਇੰਟਰਸਟਿੰਗ ਹੋਣ ਲੱਗ ਜਾ। ਨਾਲ ਦੇ ਨਾਲ ਤੁਸੀਂ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਵੀ ਗੱਲ ਪੁੱਛੀ ਹੈ। ਨਵਜੋਤ ਸਿੰਘ ਸਿੱਧੂ ਉਹਨਾਂ ਦੀ ਫਿਰ ਇੱਕ ਰਿਹਾਈ ਦੀ ਤਰੀਕ ਨਿਕਲ ਕੇ ਆਈ ਹੈ 9 ਅਪ੍ਰੈਲ। 9 ਅਪ੍ਰੈਲ ਇਸ ਕਰਕੇ ਆਈ ਹੈ ਕਿ ਵਿਸਾਖੀ ਦੇ ਮੌਕੇ ਦੇ ਵਿੱਚ ਵੀ ਪੰਜਾਬ ਦੀ ਸਰਕਾਰ ਉਹ ਕੁਝ ਕੈਦੀਆਂ ਨੂੰ ਰਿਲੀਜ਼ ਕਰਦੀ ਹੈ, ਔਰ ਉਸ ਰਿਲੀਜ਼ ਕੈਦੀਆਂ ਦੀ ਹੋਣ ਵਾਲੀ ਲਿਸਟ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਨਾਂ ਹੈਗਾ। ਇਸ ਤਰ੍ਹਾਂ ਦੀ ਕੰਸੋ ਸਾਨੂੰ ਲੱਗੀ ਹੈ। ਇੱਕ ਕਮੇਟੀ ਜਿਹੜੀ ਰਿਹਾਈ ਦੀ ਲਿਸਟ ਬਣਾਉਂਦੀ ਹੈ ਰਿਹਾ ਹੋਣ ਵਾਲੇ ਕੈਦੀਆਂ ਦੀ, ਉਸ ਲਿਸਟ ਦੇ ਵਿੱਚ ਇਹ ਨਾਂ ਹੈਗਾ। ਪਰ ਹੁਣ ਸਰਕਾਰ ਦਾ ਪ੍ਰੈਰੋਗੇਟਿਵ ਹੈ ਕਿ ਉਹਨਾਂ ਨੂੰ बढ़ਦੀ ਛੁੱਟੀਆਂ ਦਿੰਦੀ ਹੈ, ਕਿਉਂਕਿ ਜੇਲ੍ਹ ਮੈਨੂਅਲ ਦੇ ਹਿਸਾਬ ਨਾਲ 12 ਮਹੀਨੇ ਦੇ ਵਿੱਚ ਉਹਨਾਂ ਦੀ 48 ਛੁੱਟੀਆਂ ਬਣਦੀ ਹੈ, ਤੇ ਇਹਦੇ ਹਿਸਾਬ ਨਾਲ 9 ਅਪ੍ਰੈਲ ਤੋਂ ਲੈ ਕੇ 13 ਅਪ੍ਰੈਲ ਦੀ ਇੱਕ ਡੇਟ ਨਿਕਲ ਕੇ ਆਈ ਹੈ ਜਦੋਂ ਨਵਜੋਤ ਸਿੰਘ ਸਿੱਧੂ ਉਹਨਾਂ ਰਿਹਾ ਹੋ ਜਾਂਦੇ ਨੇ। ਔਰ ਖਾਸ ਕਰਕੇ ਉਸ ਇਮੋਸ਼ਨਲ ਅਪੀਲ ਤੋਂ ਬਾਅਦ ਜਦ ਨਵਜੋਤ ਕੌਰ ਸਿੱਧੂ ਉਹਨਾਂ ਆਪਣੇ ਪਤੀ ਨੂੰ ਇੱਕ ਮੈਸੇਜ ਲਿਖਦੀ ਹੈ ਕਿ ਸ਼ਾਇਦ ਮੈਂ ਤੁਹਾਡਾ ਇੰਤਜ਼ਾਰ ਨਾ ਕਰਾਂ ਕਿਉਂਕਿ ਮੈਂ ਕੈਂਸਰ ਤੋਂ ਪੀੜਿਤ ਹਾਂ ਔਰ ਸੈਕੰਡ ਸਟੇਜ ਦਾ ਕੈਂਸਰ ਹੈ। ਇਹ ਗੱਲ ਹੋਰ ਵੀ ਜ਼ਿਆਦਾ ਇੰਪੋਰਟੈਂਸ ਰੱਖਦੀ ਹੈ ਕਿ ਸੂਬੇ ਦੀ ਸਰਕਾਰ ਇਮੋਸ਼ਨਲ ਅਪੀਲ ਨੂੰ ਕਿਸ ਤਰੀਕੇ ਨਾਲ ਲੈਂਦੀ ਹੈ, ਜਾਂ ਫਿਰ ਕੋਈ ਅੜੰਗਾ ਹੋਰ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਰਿਹਾਈ ਦੇ ਵਿੱਚ ਪਾਉਂਦੀ ਹੈ। ਹੁਣ ਗੱਲਾਂ ਤੇ ਅੱਗੇ ਤੁਰ ਰਹੀ ਹੈ। ਉਸ ਤੋਂ ਬਾਅਦ ਹੁਣ ਮੇਰੇ ਖਿਆਲ ਨਾਲ ਅੱਜ ਬੜਾ ਇੰਪੋਰਟੈਂਟ ਦਿਨ ਹੈਗਾ ਪੰਜਾਬ ਦੀ ਰਾਜਨੀਤੀ ਦੇ ਵਿੱਚ, ਦੇਸ਼ ਦੀ ਰਾਜਨੀਤੀ ਦੇ ਵਿੱਚ ਵੀ। ਔਰ ਇਹਨਾਂ ਇਲੈਕਸ਼ਨਾਂ ਦੇ ਅਨਾਉਂਸ ਹੋਣ ਤੋਂ ਬਾਅਦ ਤਿਆਰੀਆਂ ਸਾਰੀ ਪੋਲੀਟੀਕਲ ਪਾਰਟੀ ਜ਼ੋਰਾਂ ਤੇ ਕਰੇਗੀ। ਪਰ ਮੈਂ ਇੱਥੇ ਇੱਕ ਚੀਜ਼ ਜ਼ਰੂਰ ਕਹੂੰਗਾ ਭਾਸਕਰ ਸਾਹਿਬ ਕਿ ਹੋ ਸਕਦਾ ਹੈ ਰਾਹੁਲ ਗਾਂਧੀ ਵਾਲੀ ਸੀਟ ਜੇ ਚੋਣ ਅਮਲ 'ਚ ਆ ਵੀ ਜਾਵੇ, ਚੁਣਾਵੀ ਅਮਲ 'ਚ ਆ ਜੇ, ਫਿਰ ਵੀ ਜਦੋਂ ਸੁਪਰੀਮ ਕੋਰਟ 'ਚ ਇਹ ਕੇਸ ਲੱਗੂਗਾ ਉਸ ਤੇ ਵੀ ਹੋ ਸਕਦੀ ਹੈ ਇਲੈਕਸ਼ਨ, ਸਾਰਾ ਕੁਝ ਹੋ ਸਕਦਾ। ਇਹ ਤਾਂ ਅਗਲੇ ਪੈਂਤੜੇ ਆ। ਮੈਂ ਇੰਦਰਪ੍ਰੀਤ ਜੀ, ਆਪਾਂ ਜਾਣਾ ਹੈ, ਤੁਸੀਂ 9 ਸੈਕਟਰ ਦੇ ਆਸ-ਪਾਸ ਤੁਹਾਡਾ ਵੀ ਦਫ਼ਤਰ ਹੈ, ਉਹਨਾਂ ਘੇਰਿਆਂ ਦੇ ਵਿੱਚ ਇੱਕ ਨਾਂ ਗੂੰਜਦਾ ਰਿਹਾ, ਸਾਬਕਾ ਖਜ਼ਾਨਾ ਮੰਤਰੀ ਮਰਹੂਮ ਕੈਪਟਨ ਕਵਲਜੀਤ, ਜਿਹੜੇ ਕਿ ਕੋਆਪਰੇਟਿਵ ਮਿਨਿਸਟਰ ਵੀ ਸੀਗੇ, ਬੜਾ ਵੱਡਾ ਪੋਰਟਫੋਲੀਓ ਤੇ ਬਹੁਤ ਵੱਡਾ ਔਰਾ ਸੀ ਵਿਅਕਤੀ ਦਾ, ਤੇ ਉਹ ਹੈ ਵੀ ਬੜੇ ਸ਼ਾਲੀਨ ਕਿਸਮ ਦੇ ਇਨਸਾਨ ਸੀਗੇ। ਅੱਜ ਉਹਨਾਂ ਦੇ ਪੁੱਤਰ ਨਾਲ ਕੁਝ ਜਦੋਂ ਜੱਗੋ ਤੇਰਵੀਂ ਹੋ ਰਹੀ ਸੀ, ਮੇਰੇ ਚੇਤਿਆਂ 'ਚੋਂ ਸਭ ਸੀਨ ਇੱਕ ਵਾਰੀ ਪ੍ਰਗਟ ਹੋ ਜਾਂਦੇ ਆ। ਪਿਛਲੇ 2-3-4 ਦਹਾਕਿਆਂ ਤੱਕ ਫੈਲਿਆ ਹੋਇਆ ਸਾਰਾ ਉਹ ਸਫ਼ਰ। ਮੈਨੂੰ ਜ਼ਰਾ ਇਹ ਹਲਕੀ ਜੀ ਜਾਣਕਾਰੀ ਦਿਓ, ਵਕਤ ਕਿਵੇਂ ਬਦਲਦਾ ਹੈ, ਮੈਨੂੰ ਜ਼ਰੂਰ ਇਹਦੇ ਨਾਲ ਇੱਕ ਸਾਂਝ ਪਾ ਦਿਓ। ਫਿਰ ਭਾਸਕਰ ਸਾਹਿਬ ਵੱਲ ਅੰਮ੍ਰਿਤਪਾਲ ਦੇ ਮਾਮਲੇ 'ਚ ਚੱਲਦੇ ਹਾਂ। ਰੰਧਾਵਾ ਸਾਹਿਬ, ਬਿਲਕੁਲ ਤੁਸੀਂ ਠੀਕ ਕਿਹਾ ਕਿ ਕੈਪਟਨ ਕਮਲਜੀਤ ਹੋਣੀ ਜਿਹੜੇ ਹੈਗੇ ਆ ਉਹ ਯਾਰਾਂ ਦੇ ਯਾਰ ਹੀ ਸੀ। ਮੈਂ ਤਾਂ ਇਹਨਾਂ ਨੂੰ ਇਹ ਕਹੂੰਗਾ ਕਿ ਜਦੋਂ ਹੁਣ ਕਿਉਂਕਿ ਸਾਡਾ ਦਫ਼ਤਰ ਤੇ ਉਹਨਾਂ ਦਾ ਘਰ ਤੇ ਸੈਕਟਰੀਏਟ ਮਤਲਬ ਇੱਕੋ ਰਾਹ ਤੇ ਨੇ, ਤੇ ਜਦੋਂ ਵੀ ਉਧਰੋਂ ਨਿਕਲੀਦਾ ਹਮੇਸ਼ਾ ਹੀ ਇਹ ਲੱਗਦਾ ਯਾਰ ਵੀ ਹੁਣ ਇਹ ਉਹ ਕੋਠੀ ਹੈ ਜਿੱਥੇ ਕਦੀ ਮਤਲਬ ਮੇਲੇ ਲੱਗਦੇ ਹੁੰਦੇ ਸੀ, ਤੇ ਅੱਜ ਬਿਲਕੁਲ ਕਾਂ ਬੋਲ ਰਿਹਾ, ਉਹ ਕੋਈ ਬੰਦਾ ਨਜ਼ਰ ਹੀ ਨਹੀਂ ਆਉਂਦਾ। ਮਤਲਬ ਇਸ ਤਰ੍ਹਾਂ ਦੀ ਹਾਲਾਤ ਹੋ ਗਈ ਹੈ। ਚਲੋ ਅਸੀਂ ਉਹਦੇ ਵਿੱਚ ਨਾ ਜਾਂਦੇ ਹੋਏ, ਜਿਹੜਾ ਕੱਲ ਇਹ ਕੇਸ ਸੀ ਉਹਨਾਂ ਦੇ ਬੇਟੇ ਜਸਜੀਤ ਸਿੰਘ ਬੰਨੀ ਦੇ ਉੱਤੇ 2018 ਦਾ ਇੱਕ ਕੇਸ ਸੀ, ਜਦੋਂ ਉਹ ਇੱਕ ਸੈਲੂਨ ਦੇ ਵਿੱਚ ਮਸਾਜ ਕਰਵਾਉਣ ਵਾਸਤੇ ਗਏ ਸੀ, ਤਾਂ ਉੱਥੇ ਦੀ ਰਿਸੈਪਸ਼ਨਿਸਟ ਨਾਲ ਦੁਰਵਿਵਹਾਰ ਦਾ ਇੱਕ ਉਹਨਾਂ ਤੇ ਕੇਸ ਦਰਜ ਕਰਾਇਆ ਗਿਆ ਸੀ। ਉਹ ਕੇਸ ਲੜਕੀ ਨੇ ਖੁਦ ਨਹੀਂ ਕਰਾਇਆ, ਬਲਕਿ ਉਹਦੀ ਸਹਿਕਰਮੀ ਨੇ ਕਰਾਇਆ ਸੀ। ਤੇ ਕੱਲ ਜਿਹੜੀ ਕੋਰਟ ਹੈਗੀ ਹੈ, ਉਹਨਾਂ ਨੇ ਉਹਨੂੰ ਮਤਲਬ ਉਹਦੇ ਆਚਰਣ ਨੂੰ ਸੁਧਾਰਨ ਦੀ ਇੱਕ ਜਿਹੜੀ ਹੈਗੀ ਆ ਵੀ 6 ਮਹੀਨੇ ਤੁਸੀਂ ਆਪਣਾ ਆਚਰਣ ਸੁਧਾਰੋ, ਇਹ ਇੱਕ ਮਤਲਬ ਚੇਤਾਵਨੀ ਦੇ ਕੇ ਉਹਨੂੰ ਫਿਲਹਾਲ ਰਾਹਤ ਦੇਤੀ ਹੈ। ਪਰ ਇਹ ਬੜੀ ਵੱਡੀ ਗੱਲ ਹੈ ਕਿ ਇੰਨੀ ਵੱਡੀ ਫੈਮਿਲੀ ਦਾ ਮੁੰਡਾ ਕੈਪਟਨ ਕਮਲਜੀਤ, ਉਸ ਤੋਂ ਵੀ ਉਹਨਾਂ ਦੇ ਫਾਦਰ ਜਿਹੜੇ ਦਾਰਾ ਸਿੰਘ ਹੈਗੇ ਆ, ਉਹ ਬਹੁਤ ਵੱਡੇ ਵਕੀਲ ਰਹੇ ਨੇ। ਮਤਲਬ ਇਹ ਜਿਹੜਾ ਫੈਮਿਲੀ ਹੈ, ਉਹਨਾਂ ਦਾ ਬੱਚਾ ਮਤਲਬ ਇਸ ਤਰ੍ਹਾਂ ਕੋਰਟ 'ਚ
ਸਜ਼ਾ ਪਾਏ, ਇਹ ਵੀ ਮਤਲਬ ਇੱਕ ਤਰਾਸਦੀ ਜੀ ਤਾਂ ਹੈ। ਲੇਕਿਨ ਉਹ ਤੁਹਾਡੀ ਬਿਲਕੁਲ ਠੀਕ ਗੱਲ ਹੈਗੀ ਹੈ ਕਿ ਜਿਹੜਾ ਕੈਪਟਨ ਕਮਲਜੀਤ ਹੈ ਉਹਦੀ ਲੈਗੇਸੀ ਨੂੰ ਜਸਜੀਤ ਸਿੰਘ ਬੰਨੀ ਜਿਹੜੇ ਹੈਗੇ ਆ ਬਿਲਕੁਲ ਅੱਗੇ ਲੈ ਕੇ ਨਹੀਂ ਜਾ ਸਕੇ। ਇਹ ਬਹੁਤ ਵੱਡੀ ਇਸ ਫੈਮਿਲੀ ਨਾਲ ਤਰਾਸਦੀ ਹੋਈ ਹੈ। ਜੋ ਮੈਨੂੰ ਜੋ ਆਪਣਾ ਪਰਸਨਲ ਮਹਿਸੂਸ ਹੁੰਦਾ ਕਿ ਜਿੰਨਾ ਕੈਪਟਨ ਕਮਲਜੀਤ ਦੀ ਦੇਣ ਅਕਾਲੀ ਦਲ ਨੂੰ, ਜੇ ਮੈਂ ਕਹਾਂ ਵੀ ਅੱਜ ਜੇ 28 ਸੈਕਟਰ ਦਾ ਜਿਹੜਾ ਆਫਿਸ ਹੈ ਉਹ ਕੈਪਟਨ ਕਮਲਜੀਤ ਦੀ ਦੇਣ ਹੈ, ਸਿਰਫ ਔਰ ਸਿਰਫ ਕੈਪਟਨ ਕਮਲਜੀਤ ਦੀ ਦੇਣ ਹੈ। ਅਦਰਵਾਈਜ਼ ਉਹ ਸਰੈਂਡਰ ਹੋ ਗਿਆ ਸੀ। ਅਦਰਵਾਈਜ਼ ਵੀ ਜਿਹੜੀਆਂ ਟਾਈਮ ਟੂ ਟਾਈਮ ਮਤਲਬ ਕੈਪਟਨ ਕਮਲਜੀਤ ਹੋਰਾਂ ਨੇ ਆਪਣੀਆਂ ਗੱਲਾਂ ਰੱਖਦੇ ਸੀ ਕੈਬਨਿਟ ਦੇ ਵਿੱਚ, ਇੱਕੋ ਹੀ ਕੈਬਨਿਟ ਮਿਨਿਸਟਰ ਹੁੰਦੇ ਸੀ ਜਿਹੜੇ ਆਪਣੀ ਗੱਲ ਧੜੱਲੇ ਨਾਲ ਕਹਿਣ ਦੇ ਉਸ 'ਚ ਸੀਗੇ। ਉਹਨਾਂ ਦੇ ਪਰਿਵਾਰ ਦਾ ਜਿਹੜਾ ਉਹ ਇਸ ਤਰ੍ਹਾਂ ਹਾਸ਼ੀਏ ਤੇ ਚਲਾ ਜਾਣਾ ਬੜਾ ਦੁਖਦਾਈ ਲੱਗਦਾ। ਬੜੇ ਕੌਨਫੀਡੈਂਟ ਵਿਅਕਤੀ ਸੀਗੇ। ਅਸੀਂ ਤਾਂ ਅੱਜ ਵੀ ਉਮੀਦ ਕਰਦੇ ਹਾਂ ਕਿ ਬੰਨੀ ਉਹਨਾਂ ਦੀ ਲੈਗੇਸੀ ਨੂੰ ਅੱਗੇ ਵਧਾਵੇ ਔਰ ਆਪਣੇ ਜਿੰਨੇ ਅਤੀਤ ਵਿੱਚ ਜੋ ਕੁਝ ਵੀ ਉਹਨੂੰ ਪਾਸੇ ਰੱਖੇ। ਅਕਾਲੀ ਦਲ ਨੇ ਵੀ ਬਿਲਕੁਲ ਦਰਕਨਾਰ ਕਰਤਾ। ਅਕਾਲੀ ਦਲ ਨੇ ਚੰਗਾ ਨਹੀਂ ਕੀਤਾ ਉਸ ਪਰਿਵਾਰ ਨਾਲ। ਉਹ ਕੈਪਟਨ ਕਮਲਜੀਤ ਦਾ ਮੁੱਲ ਨਹੀਂ ਮੋੜਿਆ ਗਿਆ। ਮੈਨੂੰ ਲੱਗਦਾ ਹੈ ਕਿ ਸ਼ਾਇਦ ਪਰਿਵਾਰ ਵੱਲੋਂ ਵੀ ਉਸ ਤਰ੍ਹਾਂ ਦਾ ਹੁੰਗਾਰਾ ਨਾ ਆਇਆ ਹੋਵੇ ਤੇ ਕੁਝ ਜਮਾ ਘਟਾਓ ਵੀ ਇੰਜ ਹੁੰਦੇ ਆ। ਮੈਨੂੰ ਯਾਦ ਹੈ ਜਦੋਂ ਕੈਪਟਨ ਕਮਲਜੀਤ ਦਾ ਪਹਿਲਾ ਰੂਪ ਹੁੰਦਾ ਸੀ ਤੇ ਸਵਾਰੀ ਹੋਈ ਦਾੜੀ ਤੇ ਬੰਨੀ ਤੇ ਜਦੋਂ ਉਹ ਚਿਹਰਾ ਫਿਰ ਉਹਨਾਂ ਨੇ ਆਪਣਾ ਦਾੜਾ ਪ੍ਰਕਾਸ਼ ਕਰ ਲਿਆ। ਜਦੋਂ ਅਕਾਲੀ ਦਲ ਨੂੰ ਲੋੜ ਪਈ ਕਿ ਹੁਣ ਨਹੀਂ ਸਿੰਘ ਪੂਰੇ ਸੱਜੋ, ਫਿਰ ਵੀ ਕੈਪਟਨ ਕਮਲਜੀਤ ਸਿੰਘ ਵੱਖਰੇ ਨਜ਼ਰ ਆਉਂਦੇ ਹੁੰਦੇ ਸੀ। ਖੈਰ ਲੰਬੀ ਗੱਲ ਹੋ ਗਈ। ਮੈਨੂੰ ਲੱਗਦਾ ਆਪਾਂ ਹੁਣ ਚੱਲੀਏ ਭਾਸਕਰ ਸਾਹਿਬ। ਅੰਮ੍ਰਿਤਪਾਲ ਦੇ ਵਰਤਾਰੇ ਨੇ ਪੰਜਾਬ ਦੇ ਸਹਿਜ ਜੀਵਨ 'ਚ ਇੱਕ ਖਲਲ ਪਾਤਾ। ਦੋ ਧਰਾਵੀ ਗੱਲ ਹੋ ਗਈ। ਪਹਿਲਾਂ ਅੰਮ੍ਰਿਤਪਾਲ ਦੀ ਐਕਟੀਵਿਟੀ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਤੇ ਉਸ ਤੋਂ ਬਾਅਦ ਅੰਮ੍ਰਿਤਪਾਲ ਨੂੰ ਫੜਨ ਦੀ ਐਕਟੀਵਿਟੀ ਨੇ ਲੋਕਾਂ ਨੂੰ ਪਰੇਸ਼ਾਨ ਕਰ ਰੱਖਿਆ ਕਿ ਮਤੇ ਪੁਰਾਣੇ ਦੌਰ 'ਚ ਵਾਪਸ ਨਾ ਮੁੜ ਜਾਈਏ, ਕੁਝ ਗਲਤ ਨਾ ਵਾਪਰ ਜਾਏ। ਹਰ ਕੋਈ ਆਪਣੀ ਜਗ੍ਹਾ ਬਿਲਕੁਲ ਚਿੰਤਤ ਰਿਹਾ। ਹੁਣ ਜਿਹੜੀ ਇਹਦੇ ਨਾਲ ਸੰਬੰਧਿਤ ਲੇਟੈਸਟ ਐਕਟੀਵਿਟੀ ਹੈ, ਕੱਲ ਹੁਸ਼ਿਆਰਪੁਰ ਦੇ ਵਿੱਚ ਦੇਰ ਰਾਤ ਤੋਂ ਅਭਿਆਨ ਸ਼ੁਰੂ ਹੋਇਆ ਫੜੋ ਫੜਾਈ ਦਾ। ਇਸ ਤੋਂ ਪਹਿਲਾਂ ਦੀਆਂ ਜਿੰਨੀਆਂ ਵੀ ਹੋਰ ਖਬਰਾਂ ਤੁਸੀਂ ਦੇਖ ਰਹੇ ਹੋ, ਇਹਨਾਂ ਨਾਲ ਸਾਡੀ ਇੱਕ ਸਾਂਝ ਪਵਾ ਦਿਓ। ਰੰਧਾਵਾ ਜੀ, ਅੰਮ੍ਰਿਤਪਾਲ ਦੇ ਮੁੱਦੇ ਦੇ ਉੱਤੇ ਕੱਲ ਇੱਕ ਨਵੀਂ ਡਿਵੈਲਪਮੈਂਟ ਹੋਈ। ਤੁਹਾਨੂੰ ਯਾਦ ਹੈ ਉਸ ਤੋਂ ਪਹਿਲੇ ਮਾਰਚ 18 ਤੋਂ ਲੈ ਕੇ ਮਾਰਚ 28 ਤੱਕ 10 ਦਿਨਾਂ ਦੇ ਵਿੱਚ ਅੰਮ੍ਰਿਤਪਾਲ ਦੇ ਨੇਪਾਲ ਭੱਜਣ ਦੀ ਵੀ ਗੱਲਾਂ ਹੋਈਆਂ। ਸ਼ਾਹਬਾਦ ਮਾਰਕੰਡਾ ਦੇ ਇੱਕ ਘਰ ਦੇ ਵਿੱਚ ਰੁਕਣ ਦੀ ਵੀ ਗੱਲ ਹੋਈਆਂ। ਫਿਰ ਉਸ ਤੋਂ ਪਹਿਲੇ ਉਹ ਨੰਗਲ ਅੰਬੀਆ ਗੁਰਦੁਆਰਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਸ਼ੇਖੂਪੁਰਾ ਦਾ ਗੁਰਦੁਆਰਾ। ਕੱਲ ਰਾਤੀ ਸਾਡੇ ਸੂਤਰ ਦੱਸਦੇ ਨੇ ਕਿ ਇੰਟੈਲੀਜੈਂਸ ਇਨਪੁਟਸ ਦੇ ਬੇਸ ਤੇ ਫਗਵਾੜੇ ਤੋਂ ਕੁਝ ਗੱਡੀਆਂ ਨੂੰ ਚੇਜ਼ ਕੀਤਾ ਗਿਆ। ਗੱਡੀ ਕੀ ਇੱਕ ਇਨੋਵਾ ਗੱਡੀ ਨੂੰ ਸਪੌਟ ਕੀਤਾ ਗਿਆ ਔਰ ਉਹਨੂੰ ਲਗਾਤਾਰ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਚੇਜ਼ ਕੀਤਾ ਔਰ ਇਹ ਗੱਡੀ 8:30 ਵਜੇ ਦੇ ਕਰੀਬ ਰਾਤ ਨੂੰ ਪਹੁੰਚਦੀ ਹੈ ਮਾਰਨੀਆਂ ਪਿੰਡ ਦੇ ਵਿੱਚ ਹੁਸ਼ਿਆਰਪੁਰ ਦੇ। ਔਰ ਉੱਥੋਂ ਕਥਿਤ ਤੌਰ ਤੇ ਕੁਝ ਵਿਅਕਤੀ ਉਹਦੇ ਵਿੱਚੋਂ ਉਤਰਦੇ ਨੇ, ਦੀਵਾਰ ਟੱਪ ਕੇ ਖੇਤਾਂ ਵੱਲ ਭੱਜ ਜਾਂਦੇ ਨੇ। ਔਰ ਕੁਝ ਰਿਪੋਰਟ ਤੇ ਇਹ ਵੀ ਹੈ ਕਿ 2 ਵਿਅਕਤੀਆਂ ਨੂੰ, ਯਾਨੀ 4 ਆਕੂਪੈਂਟ ਸੀਗੇ ਉਸ ਕਾਰ ਦੇ, ਜਿਹਦੇ ਵਿੱਚੋਂ 2 ਨੂੰ ਫੜ ਲਿਆ ਗਿਆ ਤੇ 2 ਭੱਜ ਗਏ। ਭੱਜਣ ਵਾਲਿਆਂ ਦੇ ਵਿੱਚ ਇਹ ਗੱਲ ਸੂਤਰ ਦੱਸਦੇ ਨੇ ਕਿ ਇੱਕ ਪਪਲਪ੍ਰੀਤ ਸੀਗਾ ਤੇ ਦੂਜਾ ਅੰਮ੍ਰਿਤਪਾਲ ਸੀਗਾ। ਇਹਨਾਂ ਗੱਲਾਂ ਦੀ ਪੁਸ਼ਟੀ ਹਜੇ ਤੱਕ ਨਹੀਂ ਹੋ ਸਕੀ। ਫਿਲਹਾਲ ਪਿੰਡ ਨੂੰ ਚਾਰੋਂ ਤਰਫੋਂ ਘੇਰਿਆ ਹੋਇਆ ਹੈ ਔਰ ਉਹਦੇ ਵਿੱਚ 700 ਦੇ ਕਰੀਬ ਪੁਲਿਸ ਦੇ ਕਰਮੀ ਉਸ ਪਿੰਡ ਨੂੰ ਘੇਰਾ ਪਾ ਕੇ ਬੈਠੇ ਹੋਏ ਨੇ। ਘਰ ਘਰ ਦੀ ਤਲਾਸ਼ੀ ਦਿੱਤੀ ਜਾ ਰਹੀ ਹੈ। ਇਹ ਆਪਰੇਸ਼ਨ ਹਜੇ ਵੀ ਜਾਰੀ ਹੈ। ਇਹ ਖਬਰ ਵੀ ਤਦ ਨਸ਼ਰ ਹੋਈ ਕੱਲ ਜਦ ਮਾਰਚ 21 ਦੀ ਇੱਕ ਫੋਟੋ ਦਿੱਲੀ ਦੇ ਲక్ష్ਮੀ ਨਗਰ ਬਾਜ਼ਾਰ ਦੇ ਵਿੱਚ ਅੰਮ੍ਰਿਤਪਾਲ ਦੇ ਵਾਲ, ਖੁੱਲੇ ਵਾਲ, ਕੱਟੇ ਹੋਏ ਵਾਲ, ਉਹਦੇ ਰਾਹੀਂ ਇੱਕ ਦੇਖੀ ਗਈ ਪਿੱਛੇ ਪਿੱਛੇ ਪਪਲਪ੍ਰੀਤ ਕਥਿਤ ਤੌਰ ਤੇ ਤੁਰ ਰਿਹਾ ਸੀਗਾ। ਔਰ ਦਿੱਲੀ ਦੇ ਵਿੱਚ ਹੀ ਲక్ష్ਮੀ ਨਗਰ ਏਰੀਏ ਦੇ ਵਿੱਚ ਇੱਕ ਮਹਿਲਾ ਸਟੂਡੈਂਟ ਜਿਹੜੀ ਦਿੱਲੀ ਯੂਨੀਵਰਸਿਟੀ ਦੀ ਸੈਕੰਡ ਈਅਰ ਦੀ ਸਟੂਡੈਂਟ ਹੈ, ਉਹਨੂੰ ਪੁਲਿਸ ਨੇ ਅਰੈਸਟ ਵੀ ਕੀਤਾ, ਜਿਨੇ ਇਹ ਮੰਨਿਆ ਕਿ ਉਹ ਅੰਮ੍ਰਿਤਪਾਲ ਉਹਨਾਂ 8-20 ਤੇ ਮਾਰਚ 20 ਨੂੰ ਉਹਦੇ ਘਰ ਰਾਤ ਨੂੰ ਆਏ ਸੀਗੇ ਔਰ ਉਹਨਾਂ ਨੇ ਉਦੋਂ ਖਾਣਾ ਮੰਗਿਆ ਕਿਉਂਕਿ ਪਪਲਪ੍ਰੀਤ ਨੂੰ ਉਹ ਕੁੜੀ ਜਾਣਦੀ ਸੀਗੀ ਔਰ 2 ਜਿਹੜੀ ਪਹਿਲੇ ਵੀ ਮਹਿਲਾ ਫੜੀਆਂ ਗਈਆਂ ਉਹ ਪਪਲਪ੍ਰੀਤ ਦੀ ਜਾਣਨ ਵਾਲੀਆਂ ਸੀਗੀ। ਇਹ ਵੀ ਗੱਲ ਇਨਵੈਸਟੀਗੇਸ਼ਨ ਦੇ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਤੇ ਇਹ ਵੀ ਕੁੜੀ ਪਪਲਪ੍ਰੀਤ ਦੀ ਹੀ ਕੋਈ ਫਰੈਂਡ ਸੀਗੀ। ਪਪਲਪ੍ਰੀਤ ਨੂੰ ਕਿਸਾਨ ਅੰਦੋਲਨ ਦੇ ਦੌਰਾਨ ਉਹ ਦਿੱਲੀ ਦੇ ਬਾਰਡਰ ਤੇ ਮਿਲੀ ਸੀਗੀ ਔਰ 1 ਸਾਲ ਦੇ ਵਿੱਚ 2 ਵਾਰ ਪਪਲਪ੍ਰੀਤ ਉਹਦੇ ਘਰ ਵੀ ਗਿਆ ਤੇ ਰਿਹਾ। ਹੁਣ ਇਸ ਗੱਲ ਦੇ ਉੱਤੇ ਇਹ ਗੱਲ ਤੇ ਪ੍ਰੂਫ ਹੁੰਦੀ ਹੈ, ਉਹ ਕਹਿੰਦੀ ਮੈਂ ਅੰਮ੍ਰਿਤਪਾਲ ਨੂੰ ਨਹੀਂ ਪਛਾਣਦੀ, ਹਾਂ ਪਪਲਪ੍ਰੀਤ ਨੂੰ ਮੈਂ ਜ਼ਰੂਰ ਪਛਾਣਦੀ ਔਰ ਪਪਲਪ੍ਰੀਤ ਦੇ ਨਾਲ ਅੰਮ੍ਰਿਤਪਾਲ ਹੈ। ਪੁਲਿਸ ਦੀ ਇਨਵੈਸਟੀਗੇਸ਼ਨ ਅਕਸਰ ਇਸ ਗੱਲ ਦੀ ਤਰਫ ਇੰਡੀਕੇਟ ਕਰਦੀ ਹੈ। ਹੁਣ ਉਹਦੀ ਇੰਟਰੋਗੇਸ਼ਨ ਤੁਰ ਰਹੀ ਹੈ। ਹੁਣ ਅੱਗੇ ਚੱਲ ਕੇ ਉਹ ਰੋਡ ਮੈਪ ਜਿਹੜਾ ਅੰਮ੍ਰਿਤਪਾਲ ਦਾ ਹੈ ਉਹਨੂੰ ਅਸਰਟਨ ਕਰਨ ਦੀ ਗੱਲ ਪੁਲਿਸ ਕਰ ਰਹੀ ਹੈ। ਪਰ ਕੱਲ ਅਚਾਨਕ ਹੀ ਹੁਸ਼ਿਆਰਪੁਰ ਦੇ ਵਿੱਚ ਇਹਦਾ ਮਤਲਬ ਅੰਮ੍ਰਿਤਪਾਲ ਦਿੱਲੀ
ਨੇਪਾਲ, ਉੱਤਰਾਖੰਡ, ਹਰਿਆਣਾ, ਉਸ ਤੋਂ ਬਾਅਦ ਫਿਰ ਪੰਜਾਬ ਆ ਗਿਆ। ਕਿੰਨੀ ਕੁ ਪੁਖਤਾ ਖਬਰਾਂ ਹੈ ਪਤਾ ਨਹੀਂ, ਪਰ ਹਾਂ ਜਦ ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਕਈ ਹੋਣਾ ਹਾਈ ਕੋਰਟ ਦੇ ਵਿੱਚ ਇਹ ਸਟੇਟਮੈਂਟ ਦਿੰਦੇ ਆ ਨਾ ਕਿ ਅਸੀਂ ਅੰਮ੍ਰਿਤਪਾਲ ਨੂੰ ਫੜਨ ਦੇ ਕਾਫੀ ਨਜ਼ਦੀਕ ਪਹੁੰਚ ਗਏ ਆ, ਔਰ ਉਹਦੇ ਨਾਲ ਨਾਲ ਹੁਸ਼ਿਆਰਪੁਰ ਦੇ ਵਿੱਚ ਕੱਲ ਚੇਜ਼, ਇਹਨੂੰ ਦੋਨਾਂ ਨੂੰ ਲਿੰਕ ਕਰਕੇ ਦੇਖੋ ਤੇ ਕਿਸੇ ਨਾ ਕਿਸੇ ਜਗ੍ਹਾ ਗੱਲ ਉਸ ਪਾਸੇ ਤੁਰਦੀ ਨਜ਼ਰ ਆ ਰਹੀ ਹੈ। ਹੁਣ ਅੰਮ੍ਰਿਤਪਾਲ ਦੇ ਮੁੱਦੇ ਦੇ ਉੱਤੇ ਕੱਲ ਹੋਰ ਵੀ ਕਈ ਡਿਵੈਲਪਮੈਂਟਸ ਹੋਈਆਂ, ਜਿਨ੍ਹਾਂ ਵਿੱਚੋਂ ਅਗਰ ਅਸੀਂ ਇਹ ਗੱਲ ਕਰੀਏ ਕਿ ਵਾਰਿਸ ਪੰਜਾਬ ਦੇ ਜਿਹੜਾ ਕ੍ਰੈਕਡਾਊਨ ਜਾਂ ਪਿੱਛੇ ਚੱਲਿਆ ਹੋਇਆ ਹੈ, ਉਹਦੇ ਵਿੱਚ ਬਹੁਤ ਸਾਰੇ ਪੱਤਰਕਾਰਾਂ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ, ਪੁੱਛਗਿੱਛ ਹੋ ਰਹੀ ਹੈ। ਇਹਦੀ ਖਬਰ ਵੀ ਇੱਕ ਟਾਈਮਸ ਆਫ ਇੰਡੀਆ ਦੇ ਵਿੱਚ ਨਸ਼ਰ ਹੋਈ ਹੈ, ਔਰ ਕਿਸ ਤਰੀਕੇ ਨਾਲ ਉਹ YouTube ਚੈਨਲ ਵਾਲੇ ਪੱਤਰਕਾਰ, ਇੰਡੀਪੈਂਡੈਂਟ ਪੱਤਰਕਾਰ, ਵੱਡੇ ਅਖਬਾਰਾਂ ਦੇ ਪੱਤਰਕਾਰ, ਛੋਟੇ ਅਖਬਾਰਾਂ ਦੇ ਪੱਤਰਕਾਰਾਂ ਦੇ ਘਰ ਪੁਲਿਸ ਜਾ ਕੇ ਪੁੱਛਗਿੱਛ ਕਰ ਰਹੀ ਹੈ। ਉਹ ਪੁੱਛਗਿੱਛ ਤੋਂ ਬਾਅਦ ਹਾਲੇ ਤੱਕ ਕਿਸੇ ਦੇ ਅਰੈਸਟ ਤੇ ਨਹੀਂ ਹੋਈ, ਪਰ ਹਾਂ ਪਰੇਸ਼ਾਨ ਜ਼ਰੂਰ ਪੱਤਰਕਾਰਾਂ ਨੂੰ ਕੀਤਾ ਜਾ ਰਿਹਾ ਹੈ। ਔਰ ਖਾਸ ਕਰਕੇ ਅਗਰ ਅਸੀਂ ਗੱਲ ਕਰੀਏ ਕੱਲ BBC ਪੰਜਾਬੀ, ਉਹਦਾ ਟਵਿੱਟਰ ਹੈਂਡਲ ਕੱਲ ਇੱਕ ਤਰੀਕੇ ਨਾਲ ਬਲੌਕ ਕਰ ਦਿੱਤਾ ਗਿਆ, ਥੋੜੀ ਦੇਰ ਲਈ ਥੋੜੀ ਦੇਰ ਬਾਅਦ ਰਿਸਟੋਰ ਜ਼ਰੂਰ ਕਰ ਦਿੱਤਾ ਗਿਆ। ਔਰ ਪੰਜਾਬੀ BBC ਪੰਜਾਬੀ ਦੇ ਕਾਫੀ ਸਾਰੇ ਪੱਤਰਕਾਰਾਂ ਦਾ ਵੀ ਟਵਿੱਟਰ ਹੈਂਡਲ ਬਲੌਕ ਕੀਤਾ ਗਿਆ। ਪਰ ਹੁਣ ਤੱਕ ਜਦ ਤੋਂ ਆਪਰੇਸ਼ਨ ਅੰਮ੍ਰਿਤਪਾਲ ਸ਼ੁਰੂ ਹੋਇਆ 70 ਦੇ ਕਰੀਬ ਟਵਿੱਟਰ ਹੈਂਡਲ ਬਲੌਕ ਕੀਤੇ ਗਏ ਨੇ, ਜਿਹਦੇ ਵਿੱਚੋਂ ਕੈਨੇਡਾ ਦੇ ਜਗਜੀਤ ਸਿੰਘ ਤੇ ਹੋਰ ਵੀ ਕਈ MP MLA ਜਿਹੜੇ MPs ਹੈਗੇ ਨੇ ਕੈਨੇਡਾ ਦੇ, ਉਹਨਾਂ ਦੇ ਵੀ ਬਲੌਕ ਕੀਤੇ ਗਏ ਨੇ। ਔਰ ਬਹੁਤ ਸਾਰੇ YouTube ਚੈਨਲ ਵੀ ਮਾਰਚ 18 ਤੋਂ ਲੈ ਕੇ ਹਜੇ ਤੱਕ ਬਲੌਕ ਕੀਤੇ ਗਏ ਨੇ। ਔਰ ਇਸ ਦੌਰਾਨ ਹੀ ਹਵਾਲਾ ਕਮੇਟੀ, ਤੁਹਾਨੂੰ ਯਾਦ ਹੋਏਗਾ ਜਦ ਹਵਾਲਾ ਭੱਜਿਆ ਸੀਗਾ ਜੇਲ੍ਹ ਤੋਂ, ਉਸ ਤੋਂ ਬਾਅਦ ਇੱਕ ਕਮੇਟੀ ਬਣੀ ਸੀ, ਉਸ ਕਮੇਟੀ ਦੇ ਮੈਂਬਰ ਬਲਵਿੰਦਰ ਸਿੰਘ ਉਹਨਾਂ ਨੇ ਅੰਮ੍ਰਿਤਪਾਲ ਨੂੰ ਚੇਜ਼ ਕਰਨ ਦੀ, ਫੜੇ ਜਾਣ ਦੀ, ਇਹ तमाम ਗੱਲਾਂ ਨੂੰ ਇੱਕ ਸਕ੍ਰਿਪਟਡ ਥਿਉਰੀ ਦੱਸਿਆ। ਔਰ ਇਸ ਦੌਰਾਨ ਹੀ ਭਗਵੰਤ ਮਾਨ ਉਹਨਾਂ ਦਾ ਤੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਉਹ ਟਵੀਟ ਹੋਣਾ, ਉਸ ਟਵੀਟ ਦੇ ਵਿੱਚ ਇੱਕ ਦੂਜੇ ਨੂੰ ਜਵਾਬ ਦੇਣਾ, ਇਹ ਵੀ ਪੰਜਾਬ ਦੇ ਵਿੱਚ ਇੱਕ ਬੜੀ ਵੱਡੀ ਖਬਰ ਬਣ ਕੇ ਉੱਭਰੀ ਹੈ। ਔਰ ਇਸ ਮੁੱਦੇ ਦੇ ਉੱਤੇ ਪੋਲਿਟਿਕਸ ਵੀ ਤੇ ਗੱਲਾਂ ਵੀ ਅੱਗੇ ਜ਼ਰੂਰ ਤੁਰਨਗੀਆਂ। ਤੁਸੀਂ ਜਗਤਾਰ ਸਿੰਘ ਹਵਾਰਾ ਦਾ ਜ਼ਿਕਰ ਕਰਦਿਆਂ ਜਦੋਂ ਭੱਜਿਆ ਸ਼ਬਦ ਕਹਿ ਰਹੇ ਹੋ ਤੇ ਮੇਰੇ ਧਿਆਨ 'ਚ ਆ ਰਿਹਾ ਸੀ ਕਿ ਉਹ ਇੱਕ ਧੜੇ ਦੇ ਜਥੇਦਾਰ ਵੀ ਹੈ। ਸ਼ਾਇਦ ਤੁਸੀਂ ਉਹਨਾਂ ਪਰੰਪਰਾਵਾਂ ਨੂੰ ਬਹੁਤਾ ਜਾਣਦੇ ਨਹੀਂ, ਇਸ ਕਰਕੇ ਤੁਸੀਂ ਇੱਕ ਵਚਨ ਵਰਤਿਆ, ਤੁਹਾਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਊਗਾ। ਪਰ ਤੁਸੀਂ ਤਾਂ ਆਪਣੇ ਤਰੀਕੇ ਨਾਲ ਇੱਕ ਜਰਨਲਿਸਟ ਵਜੋਂ ਗੱਲ ਅੱਗੇ ਵਧਾਉਂਦੇ ਹੋ। ਜਦੋਂ ਇਹ ਗੱਲਾਂ ਸ਼ਰਧਾਵਾਨਾਂ ਤੱਕ ਜਾਂਦੀਆਂ, ਫਿਰ ਸਾਡੇ ਲਈ ਹਰ ਜਰਨਲਿਸਟ ਦੇ ਅੱਗੇ ਸਰਦਾਰ ਲਾਉਣਾ, ਬਾਕੀ ਗੱਲਾਂ ਕਰਨੀਆਂ ਉਸ ਮਰਿਆਦਾ 'ਚ ਆ ਜਾਂਦੀਆਂ ਜਿਹੜਾ ਸਮਾਜਿਕ ਹੈ। ਲੇਕਿਨ ਪੱਤਰਕਾਰਤਾ ਦੇ ਵਿੱਚ ਸਿਰਫ ਇੱਕ ਨਾਮ ਹੁੰਦਾ ਹੈ, ਬਾਕੀ ਕੁਝ ਨਹੀਂ ਹੁੰਦਾ। ਖੈਰ ਮੈਂ ਅੱਗੇ ਵੱਧਦਾ ਹੈ। ਇਹਦੇ 'ਚ ਇੱਕ ਭਾਸਕਰ ਸਾਹਿਬ ਨੇ ਜਿਹੜੀ 2 ਵਿਅਕਤੀਆਂ ਦੇ ਫੜੇ ਜਾਣ ਦੀ ਹੁਸ਼ਿਆਰਪੁਰ ਤੋਂ ਖਬਰ ਦਿੱਤੀ ਆ, ਉਹ ਟ੍ਰਿਬਿਊਨ ਅਖਬਾਰ ਦੇ ਹਵਾਲੇ ਨਾਲ ਦਿੱਤੀ ਆ। ਔਰ ਜਿਹੜੀ ਖਬਰ ਦਿੱਲੀ ਦੇ ਵਿੱਚ ਕਿਸੇ ਫਲੈਟ ਵਿੱਚ ਰੁਕਣ ਦੀ 20 ਤਰੀਕ ਵਾਲੀ ਹੈ, ਉਹ ਇੰਡੀਅਨ ਐਕਸਪ੍ਰੈਸ ਦੇ ਹਵਾਲੇ ਨਾਲ ਉਹ ਖਬਰ ਜਿਹੜੀ ਹੈ ਉਹਦੇ ਵਿੱਚ ਹੈਗੀ ਆ। ਲੇਕਿਨ ਇਹਦੇ ਨਾਲ ਨਾਲ ਮੈਂ ਇਹ ਜ਼ਰੂਰ ਤੁਹਾਨੂੰ ਦੱਸ ਦਿਆਂ ਕਿ ਜਦੋਂ ਦਿੱਲੀ ਦੇ ਬਾਜ਼ਾਰ ਵਾਲੀ ਕਹਿ ਰਹੇ, ਉਹ ਵੀ ਪੁਰਾਣੀਆਂ ਖਬਰ ਫੋਟੋਆਂ ਕਹਿ ਰਹੇ ਕਿ ਫਲਾਣੇ ਦਿਨ ਦੀ ਹੋ ਸਕਦੀ ਹੈ। ਸੋ ਇਹ ਇੱਕ ਅਜੀਬ ਤਰ੍ਹਾਂ ਦਾ ਵਰਤਾਰਾ ਹੈ। ਇੱਕ ਹੋਰ ਗੱਲ, ਜਦੋਂ ਹੁਸ਼ਿਆਰਪੁਰ 'ਚ ਕਾਰਵਾਈ ਚੱਲ ਰਹੀ ਹੈ, ਭਾਸਕਰ ਸਾਹਿਬ ਨੇ ਜ਼ਿਕਰ ਕੀਤਾ ਹੀ ਹੈ ਕਿ ਕੱਲ ਹਾਈ ਕੋਰਟ 'ਚ AG ਕੀ ਕਹਿ ਰਹੇ ਸੀ, ਪਰ ਅੱਜ ਹੀ ਇੱਕ IG ਪੱਧਰ ਦੇ ਅਧਿਕਾਰੀ ਵੱਲੋਂ ਹਲਫਨਾਮਾ ਦਾਇਰ ਕੀਤਾ ਜਾਣਾ ਹੈ। ਹਲਫਨਾਮਾ ਦਾਇਰ ਕੀਤਾ ਜਾਣਾ ਸਰਕਾਰ ਵੱਲੋਂ। ਸੋ ਹਲਫਨਾਮਾ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਕੀ ਸੱਚਮੁੱਚ ਅੱਜ ਗ੍ਰਿਫਤਾਰੀ ਪਾਈ ਜਾ ਸਕਦੀ ਹੈ। ਇਹ ਵੀ ਸਵਾਲ ਆ, ਇਹ ਬਹੁਤ ਵੱਡਾ ਸਵਾਲ ਆ। ਇੰਦਰਪ੍ਰੀਤ ਜੀ, ਇਹਦੇ ਤੇ ਹਲਕੀ ਜਿਹੀ ਟਿੱਪਣੀ ਕਰੋ ਤੇ ਫਿਰ ਆਪਾਂ ਚੱਲਦੇ ਹਾਂ। ਹਾਈ ਕੋਰਟ ਦੇ ਵਿੱਚ ਕੱਲ ਦੂਜੀ ਸੁਣਵਾਈ ਦੇ ਨਾਲ ਨਾਲ ਨਸ਼ਿਆਂ ਵਾਲੀ ਸੁਣਵਾਈ ਵੀ ਸੀਗੀ। 3 DGP ਭਿੜ ਰਹੇ ਸੀ, 3 ਫੁੱਲ ਫਲੈਜ DGP ਇੱਕ ਤਰ੍ਹਾਂ ਨਾਲ, ਦਿਨਕਰ ਗੁਪਤਾ, ਸੁਰੇਸ਼ ਅਰੋੜਾ ਤੇ ਸਿਧਾਰਥ ਚਟੋਪਾਧਿਆਏ ਸਾਹਿਬ। ਇਹ ਸਾਰਾ ਕੁਝ ਤੁਸੀਂ ਦੇਖਿਆ। ਇਹਨੂੰ ਵੀ ਜ਼ੁਬਾਨ ਦਿਓ। ਲਿਫਾਫੇ ਖੁੱਲ ਗਏ, 3 ਤਾਂ ਖੁੱਲ ਗਏ, ਚੌਥੇ ਬਾਰੇ ਬੜਾ ਕਲੀਅਰ ਹੋ ਗਿਆ, ਖੁੱਲ ਹੋ ਵੀ ਗਿਆ। ਉਹਨਾਂ ਨੂੰ ਕਿਹਾ ਆਪਣੇ ਆਪਣੇ ਪੱਖ ਰੱਖੋ, ਅਜੇ ਫਿਲਹਾਲ ਖੋਲ ਕੇ ਬੰਦ ਕਰਤਾ ਗਿਆ, ਨੋਟਿਸ ਕਰਕੇ ਬੰਦ ਕਰਤਾ ਗਿਆ। ਸੁਰੇਸ਼ ਅਰੋੜਾ ਬੜਾ ਬਿਹਤਰ ਇੱਕ ਸਟੈਂਡ ਲੈ ਰਹੇ ਆ, ਸਾਬਕਾ DGP। ਔਰ ਹੁਣ ਵੇਖਣ ਵਾਲੀ ਗੱਲ ਹੈ ਕਿ ਇਸ ਸਾਰੇ ਮਾਮਲੇ ਚੋਂ ਕੀ ਨਿਕਲਿਆ, ਤੁਸੀਂ ਸਾਨੂੰ ਦੱਸੋਗੇ। ਰੰਧਾਵਾ ਸਾਹਿਬ, ਜਿਹੜੀ ਇਹ ਕੱਲ ਨੂੰ ਅੰਮ੍ਰਿਤਪਾਲ ਨੂੰ ਪਕੜਨ ਵਾਲੀ ਉਹ ਚੱਲ ਰਹੀ ਸੀ, ਦੂਜੇ ਪਾਸੇ ਕੋਰਟ ਦੇ ਵਿੱਚ ਵੀ ਚੱਲ ਰਿਹਾ ਸੀਗਾ ਜਿਹੜਾ ਉੱਥੇ ਹਲਫਨਾਮਾ ਦੇਣ ਦੀ ਗੱਲ ਕੀਤੀ ਹੈ। ਉਹ IG ਸਾਹਿਬ ਨੇ ਅੱਜ ਹਲਫਨਾਮਾ ਦੇਣਾ ਹੈ ਕਿ ਉਹਦੀ ਕੀ ਸਥਿਤੀ ਹੈ, ਕਿਉਂਕਿ ਇਹ ਐਡਵੋਕੇਟ ਜਨਰਲ ਨੇ ਤਾਂ ਕਹਿਤਾ ਕਿ ਪੁਲਿਸ ਬਹੁਤ ਕਰੀਬ ਆ ਉਹਨੂੰ ਪਕੜਨ ਦੇ, ਤੇ ਉਹ ਕਿਸ ਆਧਾਰ ਤੇ ਕਿਹਾ ਇਹ ਤਾਂ ਹੁਣ ਉਹੀ ਟੈਕਨੀਕਲ ਤੌਰ ਤੇ ਤਾਂ ਉਹੀ ਦੱਸ ਸਕਦੇ ਨੇ, ਕਿਉਂਕਿ ਖਬਰਾਂ ਇੰਨੀਆਂ ਛਿੱਦਰੀਆਂ ਹੋਈਆਂ ਨੇ। ਕੋਈ ਕਹਿ ਰਿਹਾ ਉਹ ਨੇਪਾਲ 'ਚ ਹੈ ਤੇ ਕੋਈ ਕਹਿ ਰਿਹਾ ਦਿੱਲੀ 'ਚ ਹੈ, ਕੋਈ ਕਿਤੇ ਤੇ ਕੋਈ ਕਿਤੇ। ਹੁਣ ਰਾਤੀ 2:45 ਵਜੇ ਤੱਕ
ਹੁਸ਼ਿਆਰਪੁਰ ਵੀ ਜਿਹੜਾ ਉਹ ਇੱਕ ਪਿੰਡ ਹੈ ਉਹਦੇ ਤੇ ਛਾਪੇਮਾਰੀ ਚੱਲਦੀ ਰਹੀ ਹੈ ਤੇ ਆਪਰੇਸ਼ਨ ਚੱਲਦਾ ਰਿਹਾ। ਸੋ ਇਹ ਸਾਰੇ ਦੇ ਵਿੱਚ ਇੱਕ ਹੋਰ ਜਿਹੜਾ ਇੰਪੋਰਟੈਂਟ ਕੇਸ ਕੱਲ ਹਾਈ ਕੋਰਟ ਦੇ ਵਿੱਚ ਲੱਗਿਆ ਹੋਇਆ ਸੀ, ਉਹ ਸੀਗਾ ਡਰੱਗਸ ਦਾ। ਇਹ ਦੇਖੋ, ਮੈਨੂੰ ਸਭ ਤੋਂ ਹੈਰਾਨੀ ਇਸ ਕੇਸ ਦੀ ਜਿਹੜੀ ਸੁਣਵਾਈ ਚੱਲ ਰਹੀ ਸੀ ਉਹਦੇ ਵਿੱਚ ਇਹ ਹੋਈ ਜਦੋਂ ਸੁਰੇਸ਼ ਅਰੋੜਾ ਜੀ ਉਹਨਾਂ ਨੇ ਇਹ ਕਿਹਾ ਵੀ ਇਹ ਮਾਮਲਾ ਡਰੱਗਸ ਨਾਲੋਂ ਜ਼ਿਆਦਾ ਪੁਲਿਸ ਅਧਿਕਾਰੀਆਂ ਦੀ ਆਪਸੀ ਖਹਿਬਾਜ਼ੀ ਦਾ ਲੱਗ ਰਿਹਾ ਕਿ ਉਹਨਾਂ ਵੀ ਜਿਹੜੇ ਸਿਧਾਰਥ ਚੱਟੋਪਾਧਿਆਏ ਦੀ ਰਿਪੋਰਟ ਹੈ ਉਹਦੇ ਵਿੱਚ ਉਹ ਆਪ ਮਤਲਬ ਪੁਲਿਸ ਦੇ ਸ਼ੀਰਸ਼ ਪਦ ਤੇ ਪਹੁੰਚਣਾ ਚਾਹੁੰਦੇ ਸੀਗੇ, ਇਸ ਕਰਕੇ ਉਹਨਾਂ ਨੇ ਕੁਝ ਨਾਮਾਂ ਨੂੰ ਖਰਾਬ ਕੀਤਾ ਹੈ। ਮੈਂ ਥੋੜਾ ਇਹ ਜਿਹੜਾ ਪੱਖ ਰੱਖੇ, ਮੈਂ ਕਲੀਅਰ ਕਰ ਦਿਆਂ, ਹਿੰਦੀ ਨੂੰ ਥੋੜਾ ਜਿਹਾ ਅਨੁਵਾਦ ਕਰ ਦਿਆਂ। ਮਤਲਬ ਉਹਨਾਂ ਦਾ ਮੰਨਣਾ ਹੈ ਕਿ ਚੱਟੋਪਾਧਿਆਏ ਸਾਹਿਬ ਦੀ ਵੱਡੀ ਇੱਛਾ ਸੀਗੀ ਡੀਜੀਪੀ ਦਾ ਅਹੁਦਾ ਹਾਸਲ ਕਰਨ ਦੀ, ਹੈ ਨਾ? ਜੀ ਜੀ ਜੀ, ਉਹਨਾਂ ਦਾ ਹਾਸਲ ਕਰਨਾ ਹੈ ਤੇ ਇਸ ਕਰਕੇ ਉਹਨਾਂ ਨੇ ਇਹ ਸਾਰਾ ਮਤਲਬ ਦਿਨਕਰ ਗੁਪਤਾ ਹੋਰਾਂ ਦਾ ਚਾਹੇ ਉਹਨਾਂ ਨੇ ਪਾਇਆ ਹੋ ਜੇ ਇਸ ਤਰ੍ਹਾਂ ਦੇ ਨਾਮ। ਹੁਣ ਇਸ ਤਰ੍ਹਾਂ ਜਿਹੜਾ ਨੋਟਿਸ ਕੱਢਿਆ ਗਿਆ ਦਿਨਕਰ ਗੁਪਤਾ ਹੋਰਾਂ ਨੂੰ, ਸਿਧਾਰਥ ਚੱਟੋਪਾਧਿਆਏ ਹੋਰਾਂ ਨੂੰ, ਇਹ ਜਦੋਂ ਮਈ ਦੇ ਵਿੱਚ 4 ਮਈ ਨੂੰ ਮਤਲਬ ਇਸ ਤੇ ਸੁਣਵਾਈ ਹੋਊਗੀ, ਉਸ ਤੋਂ ਖੁਲਾਸੇ ਹੋ ਹੀ ਜਾਣਗੇ। ਪਰ ਇੰਟਰਸਟਿੰਗ ਗੱਲ ਰੰਧਾਵਾ ਸਾਹਿਬ ਦੇ ਵਿੱਚ ਇਹ ਹੈ, ਤੁਸੀਂ ਦੇਖੋ ਸ਼ਸ਼ੀਪਾਲ ਜਿਹੜੇ ਇੱਕ ਹੋਰ ਡੀਜੀਪੀ ਰੈਂਕ ਦੇ ਬੰਦੇ ਰਹੇ ਹੈ, ਡੀਜੀਪੀ ਜੇਲ੍ਹ ਰਹੇ ਕਾਫੀ ਲੰਬਾ ਸਮਾਂ, ਸ਼ਸ਼ੀਕਾਂਤ, ਉਹਨਾਂ ਨੇ 2013 ਦੇ ਵਿੱਚ ਇੱਕ ਲੈਟਰ ਲਿਖਿਆ ਸੀਗਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਕਿ ਜੀ ਡਰੱਗਸ ਦਾ ਇਸ਼ੂ ਬਹੁਤ ਜ਼ਿਆਦਾ ਗੰਭੀਰ ਹੋ ਗਿਆ ਪੰਜਾਬ ਦੇ ਵਿੱਚ, ਕੁਝ ਕਾਰਵਾਈ ਕਰਨੀ ਬਣਦੀ ਹੈ। ਉਹਦੇ ਵਿੱਚ ਮਤਲਬ ਉਹਨਾਂ ਦੇ ਉਹ ਲੈਟਰ ਨੂੰ ਇੱਕ ਜਨਹਿਤ ਯਾਚਿਕਾ ਮੰਨ ਲਿਆ ਗਿਆ ਹਾਈ ਕੋਰਟ ਨੇ, ਤੇ ASIT ਜਿਹੜੀ ਗਠਿਤ ਕੀਤੀ ਸੀਗੀ ਉਹਦੀ ਰਿਪੋਰਟ ਦੇਣੀ ਸੀ। ਦੇਖੋ 4 ਰਿਪੋਰਟਾਂ 2018 ਦੇ ਮਾਰਚ ਤੋਂ ਲੈ ਕੇ ਮਈ ਮਹੀਨੇ ਤੱਕ 4 ਰਿਪੋਰਟਾਂ ਦਾਇਰ ਹੋਈਆਂ ਨੇ ਤੇ ਅੱਜ ਅਸੀਂ 2023 ਚ ਬੈਠੇ ਹਾਂ। ਅੱਜ ਅਸੀਂ ਉਹ ਕਹਿ ਰਹੇ ਵੀ ਉਹ ਖੁੱਲ ਗਈਆਂ ਰਿਪੋਰਟਾਂ, ਯਾਨੀ 5 ਸਾਲ ਤਾਂ ਅਸੀਂ ਉਹਨੂੰ ਖੋਲਣ ਚ ਹੀ ਲਗਾਤੇ। ਇੱਕ ਸਾਬਕਾ DSP ਇਹਨੂੰ ਖੁਲਵਾਉਣ ਦੇ ਚੱਕਰ ਚ ਜੇਲ੍ਹ ਵੀ ਚਲਾ ਗਿਆ ਹੈ। ਤੁਸੀਂ ਦੇਖੋ ਵੀ ਸਾਡੀ ਗੰਭੀਰਤਾ ਕੀ ਹੈ ਨਸ਼ੇ ਦੇ ਮਾਮਲੇ ਦੇ ਉੱਤੇ। ਇੱਕ ਪਾਸੇ 10 ਸਾਲ ਪਹਿਲਾਂ ਇੱਕ DGP ਕਹਿ ਰਿਹਾ ਕਿ ਜੀ ਜੇਲ੍ਹਾਂ ਦੇ ਵਿੱਚ ਸਮੇਤ ਬਾਹਰ ਵੀ ਜਿਹੜਾ ਡਰੱਗਸ ਦਾ ਇਸ਼ੂ ਇੰਨਾ ਇੰਪੋਰਟੈਂਟ ਹੈ, ਠੀਕ ਹੈ। ਜਦੋਂ ਲੇਕਿਨ ਰਿਪੋਰਟਾਂ ਪੇਸ਼ ਹੋ ਰਹੀਆਂ ਉਹ ਐਂ ਲੱਗ ਰਿਹਾ ਕਿ ਡਰੱਗਸ ਦੇ ਉੱਤੇ ਘੱਟ ਪੁਲਿਸ ਦੀ ਆਪਸੀ ਜਿਹੜੀ ਅਹੁਦਿਆਂ ਦੀ ਖਿੱਚਤਾਨ ਹੈ ਉਹਦੇ ਉੱਤੋਂ ਲੈ ਕੇ ਜ਼ਿਆਦਾ ਕਨਸੈਂਟਰੇਟ ਹੋ ਰਹੀ ਹੈ। ਸੋ ਅਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਵੀ ਪੁਲਿਸ ਔਰ ਸਾਡਾ ਜਿਹੜਾ ਸਿਸਟਮ ਹੈ, ਚਾਹੇ ਉਹ ਜੁਡੀਸ਼ਰੀ ਦਾ ਵੀ ਹੋਵੇ ਚਾਹੇ ਸਾਡਾ ਪੋਲੀਟੀਕਲ ਸਿਸਟਮ ਵੀ ਹੋਵੇ, ਸਾਰਾ ਹੀ ਕਿੰਨਾ ਗੰਭੀਰ ਹੈ ਇਹਦੇ ਪ੍ਰਤੀ। ਇਸ ਤੋਂ ਇਹਦਾ ਸਹਿਜ ਅੰਦਾਜ਼ਾ ਮੈਨੂੰ ਲੱਗਦਾ ਲੱਗ ਸਕਦਾ ਤੁਹਾਨੂੰ। ਮੈਨੂੰ ਯਾਦ ਹੈ ਭਾਰਤ ਦੇ ਚੀਫ ਜਸਟਿਸ ਦੀ ਉਹ ਟਿੱਪਣੀ ਜਿਹਦੇ ਵਿੱਚ ਜਦੋਂ ਅਟਾਰਨੀ ਜਨਰਲ ਕਿਸੇ ਮਾਮਲੇ ਦੇ ਵਿੱਚ ਸੀਲਬੰਦ ਕੁਝ ਪੇਸ਼ ਕਰਨਾ ਚਾਹੁੰਦੇ ਤੇ ਉਹ ਕਹਿੰਦੇ ਕੁਝ ਵੀ ਹੁਣ ਲਿਫਾਫਾ ਬੰਦ ਨਹੀਂ। ਭਾਸਕਰ ਸਾਹਿਬ ਯਾਦ ਹੈ ਤੁਹਾਨੂੰ ਸਟਾਂਸ? ਹਾਂ, ਉਹਨਾਂ ਨੇ ਵੀ ਇੱਕ ਰਿਪੋਰਟ ਕਰ ਲਓ, ਭਾਸਕਰ ਜੀ ਕਰ ਲਓ ਕੋਈ ਨਾ, ਤੁਹਾਡਾ ਮਾਈਕ ਬੰਦ। ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਵੀ ਇਦਾਂ ਦਾ ਬੰਦ ਲਿਫਾਫਾ ਅਡਾਨੀ ਦੀ ਉਸ ਪੈਨਲ ਦੀ ਸਿਲੈਕਸ਼ਨ ਵਾਸਤੇ ਦਿੱਤਾ ਸੀਗਾ ਵੀ ਆ ਨਾਂ ਹੈਗੇ ਆ, ਕੇਂਦਰ ਸਰਕਾਰ ਚਾਹੁੰਦੀ ਵੀ ਇਹਨਾਂ ਦਾ ਨਾਂ ਉਸ ਪੈਨਲ ਦੇ ਵਿੱਚ ਪਾ ਦਿਓ, ਤੇ ਚੀਫ ਜਸਟਿਸ ਨੇ ਉਹ ਲਿਫਾਫਾ ਵਗਾ ਕੇ ਮਾਰਿਆ ਸੀ। ਇਹ ਚਲੋ ਮੇਰਾ ਅਨੁਵਾਦ ਹੈ, ਯਾਨੀ ਰਿਜੈਕਟ ਕਰਤਾ ਸੀਗਾ। ਉਹਦੇ ਵਿੱਚ ਕਿਹਾ ਸੀਗਾ ਵੀ ਨਹੀਂ, ਹੁਣ ਬੰਦ ਲਿਫਾਫਿਆਂ ਦਾ ਕਲਚਰ ਖਤਮ ਕਰੋ ਔਰ ਜੋ ਕੁਝ ਕਹਿਣਾ ਖੁੱਲੇ ਕਹੋ, ਕਿਉਂਕਿ ਜੇ ਤੁਸੀਂ ਕੋਈ ਇਨਵੈਸਟੀਗੇਸ਼ਨ ਨੂੰ ਅੱਗੇ ਤੋਰਨਾ ਚਾਹੁੰਦੇ ਹੋ ਤੇ ਇਹਦੇ ਵਿੱਚ ਬੰਦ ਲਿਫਾਫੇ ਦਾ ਕੀ ਕੰਮ ਹੈਗਾ। ਤੇ ਉਸ ਬੰਦ ਲਿਫਾਫਿਆਂ ਦਾ ਹੀ ਜ਼ਿਕਰ ਕੱਲ ਹਾਈ ਕੋਰਟ ਦੇ ਵਿੱਚ ਖੁੱਲਣ ਦੇ ਰੂਪ ਵਿੱਚ ਹੋਇਆ ਤੇ ਕੱਲ ਖੋਲ ਦਿੱਤੇ ਗਏ ਲਿਫਾਫੇ। ਖੋਲਣ ਤੋਂ ਬਾਅਦ ਭਾਵੇਂ ਅਦਾਲਤ ਨੇ ਇਹ ਟਿੱਪਣੀ ਦਿੱਤੀ ਹੋਈ ਹੈ ਅਫਸਰਾਂ ਦੀ ਆਪਸੀ ਖੇਹਬਾਜ਼ੀ ਦਾ ਇੱਕ ਕੇਸ ਲੱਗਦਾ ਹੈ। ਹੁਣ ਇਸ ਕੇਸ ਦੇ ਵਿੱਚ ਡਰੱਗ ਦਾ ਮੁੱਦਾ ਕਿੰਨਾ ਕੁ ਭਾਰੀ ਹੁੰਦਾ, ਕਿਉਂਕਿ ਜਦ ਵੀ ਇਸ ਕੇਸ ਦਾ ਅਸੀਂ ਜ਼ਿਕਰ ਕਰਦੇ ਹਾਂ ਅਸੀਂ ਕਹਿੰਦੇ ਹਾਂ ਡਰੱਗ ਮਾਮਲੇ ਦੇ ਉੱਤੇ ਬੰਦ ਲਿਫਾਫੇ ਕਿਉਂ ਨਹੀਂ ਖੋਲਦੇ। ਉਹ ਬਲਵਿੰਦਰ ਸਿੰਘ ਹੋਣਾ ਇਸ ਗੱਲ ਨੂੰ ਕਰਦੇ ਕਰਦੇ ਅੰਦਰ ਤੱਕ ਚਲੇ ਗਏ। ਹੁਣ ਗੱਲ ਇੱਥੇ ਖੜੀ ਹੈ ਕਿ ਬੰਦ ਲਿਫਾਫੇ ਖੁੱਲ ਗਏ ਨੇ, ਅਫਸਰਾਂ ਦੀ ਆਪਸੀ ਚਾਹੇ ਖੇਹਬਾਜ਼ੀ ਦਾ ਕੇਸ ਹੀ ਹੋਏ, ਅਫਸਰਾਂ ਨੂੰ ਵੀ ਨੋਟਿਸ ਹੋ ਗਿਆ। ਔਰ ਕੱਲ ਤੁਸੀਂ ਇੱਕ ਗੱਲ ਦੇਖੋ, ਸੁਰੇਸ਼ ਅਰੋੜਾ ਉਹਨਾਂ ਦਾ ਵਕੀਲ ਵੀ ਉੱਥੇ ਮੌਜੂਦ ਸੀ ਔਰ ਦਿਨਕਰ ਗੁਪਤਾ ਉਹਨਾਂ ਦਾ ਵਕੀਲ ਵੀ ਉੱਥੇ ਮੌਜੂਦ ਸੀਗਾ, ਚੱਟੋਪਾਧਿਆਏ ਉਹਨਾਂ ਦਾ ਵਕੀਲ ਉੱਥੇ ਨਹੀਂ ਸੀਗਾ। ਇਹਨਾਂ ਨੂੰ ਨੋਟਿਸ ਦੇ ਦਿੱਤਾ ਗਿਆ। ਬਾਅਦ ਚੋਂ ਕੌਣ ਕਿਹਦੀ ਖੇਹਬਾਜ਼ੀ। ਔਰ ਕੁਝ ਅਦਾਲਤ ਨੇ ਇਹ ਵੀ ਟਿੱਪਣੀ ਕੀਤੀ ਹੈ, ਜਿਹੜਾ ਅੰਮ੍ਰਿਤਸਰ ਦੇ ਵਿੱਚ ਇੰਦਰਜੀਤ ਸੁਸਾਈਡ ਕੇਸ ਦੇ ਵਿੱਚ, ਉਹਦੇ ਵਿੱਚ ਵੀ ਕੁਝ ਟਿੱਪਣੀਆਂ ਹਾਈ ਕੋਰਟ ਨੇ ਕੀਤੀ ਹੈ। ਇਹ ਹੁਣ ਡਰੱਗ ਦਾ ਮਾਮਲੇ ਦਾ ਕੇਸ ਨਾ ਬਣ ਕੇ ਆਪਸੀ ਖੇਹਬਾਜ਼ੀ ਦਾ ਕੇਸ ਜਦ ਬਣ ਜਾਏਗਾ ਤੇ ਫਿਰ ਉਹਨਾਂ ਰਿਪੋਰਟਾਂ ਦਾ ਕੀ ਬਣੂਗਾ, ਜਿਹੜਾ ਰਿਪੋਰਟਾਂ 5 ਸਾਲਾਂ ਬਾਅਦ ਤੇ ਹਜੇ ਲਿਫਾਫੇ ਖੁੱਲੇ ਨੇ, ਖੁੱਲਣ ਤੋਂ ਬਾਅਦ ਹੀ ਇਹ ਕੇਸ ਦੂਜੇ ਪਾਸੇ ਜਾਂਦਾ ਹੋਇਆ ਨਜ਼ਰ ਆ ਰਿਹਾ। ਹਾਲਾਂਕਿ
ਜਿਹੜੇ ਕਿਰਨਵੀਰ ਸਿੰਘ ਸੀਗੇ ਵਕੀਲ, ਉਹਨਾਂ ਨੇ ਜ਼ਰੂਰ ਕਿਹਾ ਕਿ ਵੀ ਇਸ ਮੁੱਦੇ ਦੇ ਉੱਤੇ ਹੁਣ ਅੱਗੇ ਵਧਣ ਦੀ ਸੰਭਾਵਨਾਵਾਂ ਤੇ ਵਧੀ ਹੈ ਕਿ ਕੁਝ ਨਾ ਕੁਝ ਨਿਕਲੇਗਾ। ਉਹਦਾ ਜ਼ਿਕਰ ਕੱਲ ਨਹੀਂ ਹੋਇਆ। ਜਿਹੜਾ ਸਭ ਤੋਂ ਜ਼ਿਆਦਾ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਰਾਜਜੀਤ ਸਿੰਘ, ਕਿ ਵੀ ਇੰਦਰਜੀਤ ਦੇ ਫੜੇ ਜਾਣ ਤੋਂ ਬਾਅਦ ਕੀ ਲਿੰਕ ਸੀਗਾ। ਹੁਣ ਗੱਲ ਤੁਰੀ ਹੈ ਤੇ ਫਿਰ ਦੂਰ ਤਲਕ ਜਾਏਗੀ। ਤੁਸੀਂ ਬੜਾ ਪੰਗਾ ਖੜਾ ਕਰ ਦਿੰਦੇ ਹੋ ਭਾਸਕਰ ਸਾਹਿਬ। ਤੁਸੀਂ ਖਹਿਬਾਜੀ ਨੂੰ ਖੇਬਾਜੀ ਕਹੀ ਜਾਂਦੇ ਸੀ, ਦੋਨਾਂ ਦੇ ਅਰਥਾਂ ਦੇ ਅਨਰਥ ਹੋ ਜਾਂਦੇ ਆ। ਮੈਂ ਤੁਹਾਨੂੰ ਕਿੱਦਾਂ ਸਮਝਾਵਾਂ, ਪਰ ਰੌਚਕਤਾ ਵੀ ਪੈਦਾ ਕਰ ਦਿੰਦੇ ਹੋ। ਭਾਸ਼ਾ ਦੀ ਆਪਣੀ ਗੇਮ ਹੁੰਦੀ ਹੈ। ਪੰਜਾਬੀ 'ਚ ਦੋਹਰੇ ਅਰਥ ਬਹੁਤ ਨੇ। ਇੱਥੇ ਇੱਕ ਚੀਜ਼ ਬਹੁਤ ਅਹਿਮ ਆ, ਰਾਜਜੀਤ ਸਿੰਘ ਦਾ ਤੁਸੀਂ ਜ਼ਿਕਰ ਕੀਤਾ। ਜੇਕਰ ਇਹਦੇ ਵਿੱਚ ਵੀ ਕੱਲ ਨੂੰ ਕੋਈ ਪੋਲਿਟਿਕਸ ਨਿਕਲਦੀ ਆ ਤਾਂ ਇਹ ਵੀ ਇੱਕ ਅਹਿਮ ਗੱਲ ਹੋਊਗੀ। ਅਜੇ ਜਦੋਂ ਇਹਨੇ ਰਿੜਕਿਆ ਜਾਣਾ ਕੇਸ ਨੇ, ਮੈਨੂੰ ਲੱਗਦਾ ਅਜੇ ਤੱਕ ਰਾਜਜੀਤ ਸਿੰਘ ਵੱਲੋਂ ਕੋਈ ਵੀ ਪੱਖ ਨਹੀਂ ਆਇਆ। ਇਹ ਉਸ ਦੌਰ ਦੀ ਰਾਜਨੀਤੀ ਵੀ ਆ ਜਦੋਂ ਰਾਜਜੀਤ ਸਿੰਘ ਤਰਨਤਾਰਨ ਦੇ ਐਸਐਸਪੀ ਹੁੰਦੇ ਸੀ। ਤਰਨਤਾਰਨ ਦੇ ਵਿੱਚ ਹੀ ਦੋ ਧੜੇ ਸੀ ਅਕਾਲੀਆਂ ਦੇ ਉਸ ਵੇਲੇ, ਇੱਕ ਬਾਦਲ ਸਾਹਿਬ ਦਾ ਜਵਾਈ ਸੀ ਤੇ ਦੂਜਾ ਬਿਕਰਮ ਸਿੰਘ ਮਜੀਠੀਆ ਦਾ ਧੜਾ ਸੀ, ਜਿਹਦੇ 'ਚ ਇੱਕ ਦੂਜਾ ਪੱਖ ਬੜਾ ਭਾਰੂ ਸੀ। ਰਾਜਜੀਤ ਸਿੰਘ ਉੱਥੇ ਜਿਹੜੀ ਪੋਸਟਿੰਗ ਕਰਵਾ ਕੇ ਫਸ ਗਏ ਸੀ। ਇਹਦੇ ਵੀ ਕਈ ਐਂਗਲ ਲਏ ਜਾ ਸਕਦੇ ਆ। ਅਜੇ ਇਹ ਸਾਰਿਆਂ ਨੇ ਅਜੇ ਆਪਣੀ ਆਪਣੀ ਗੱਲ ਰੱਖਣੀ ਆ। ਰਿਪੋਰਟ ਅਜੇ ਕਲੀਅਰ ਹੋਣੀ ਵੀ ਰਿਪੋਰਟ 'ਚ ਹੈ ਕੀ ਆ, ਕੌਣ ਕਿਵੇਂ ਕਿੱਥੇ ਕਿੱਦਾਂ, ਇਹ ਸਾਰੀਆਂ ਗੱਲਾਂ ਅੱਗੇ ਆਉਣੀਆਂ ਨੇ। ਪਰ ਖੈਰ ਇਹਨਾਂ ਤੇ ਗੱਲ ਹੁਣ ਤੁਰ ਪਈ ਆ ਤੇ ਮਹੀਨੇ ਦੀ ਵੀ ਮੇਰੇ ਖਿਆਲ 1 ਤੋਂ ਵੱਧ ਦੀ ਅਗਲੀ ਤਰੀਕ ਪੈ ਗਈ ਹੈ। 4 ਪਈ ਹੈ ਸ਼ਾਇਦ ਮਈ ਦੀ ਜਾਂ ਕੁਝ ਇਸ ਤਰ੍ਹਾਂ। ਹਾਂ 4 ਮਈ 4 ਪਈ ਹੈ। ਹੁਣ ਜਾਣਾ ਤਾਂ ਮੈਂ ਭਾਸਕਰ ਸਾਹਿਬ ਵੱਲ ਹੈ। ਭਾਸਕਰ ਸਾਹਿਬ ਟਿੱਪਣੀ 'ਚ ਬਹੁਤ ਲੰਬਾ ਟਾਈਮ ਲੈ ਗਏ, ਪਰ ਭਾਸਕਰ ਸਾਹਿਬ ਆ ਹੀ ਜਾਓ ਤੇ ਮੈਨੂੰ ਦੱਸ ਦਿਓ ਕਿ ਕੱਲ ਵਿਜੀਲੈਂਸ ਨੇ ਕਾਂਗੜ ਸਾਹਿਬ ਤੋਂ ਨਾ ਤਸੱਲੀ ਪ੍ਰਗਟ ਕੀਤੀ, ਸੁੰਦਰ ਸ਼ਾਮ ਅਰੋੜਾ ਨੂੰ ਜ਼ਮਾਨਤ ਮਿਲ ਗਈ। ਇੱਕ ਹੋਰ ਇਸੇ ਤਰ੍ਹਾਂ ਦਾ ਕੇਸ ਲੱਗਿਆ ਹੋਇਆ ਸੀ। ਉਹ ਸਾਰਿਆਂ ਤੋਂ ਇੱਕ ਵਾਰੀ ਇਹਦੀ ਘੁੰਡ ਚਕਾਈ ਕਰ ਦਿਓ, ਪਰਦਾ ਚੱਕ ਦਿਓ। ਰੰਧਾਵਾ ਜੀ, ਆਸ਼ੂ ਉਹਨਾਂ ਨੂੰ ਬੇਲ ਮਿਲਣ ਤੋਂ ਬਾਅਦ ਕੱਲ ਸੁੰਦਰ ਸ਼ਾਮ ਅਰੋੜਾ ਜਿਹੜੇ ਪੂਰਵ 2 ਮੰਤਰੀਆਂ ਦੇ ਵਿੱਚੋਂ ਜਿਹੜੇ ਅੰਦਰ ਸੀਗੇ, ਹਾਲਾਂਕਿ ਨਵਜੋਤ ਸਿੰਘ ਸਿੱਧੂ ਦਾ ਕੇਸ ਤੇ ਇਸ ਤੋਂ ਬਿਲਕੁਲ ਅਲੱਗ ਹੈ, ਪਰ ਇਹ ਦੋਨੋਂ ਵਿਜੀਲੈਂਸ ਦੇ ਮਾਮਲਿਆਂ ਦੇ ਵਿੱਚ ਅੰਦਰ ਸੀਗੇ। ਔਰ ਵਿਜੀਲੈਂਸ ਨੇ ਜੋ ਇਨਵੈਸਟੀਗੇਸ਼ਨ ਕੀਤੀ ਸੀ, ਭਾਵੇਂ ਉਹ 50 ਲੱਖ ਰੁਪਏ ਰਿਸ਼ਵਤ ਦੇਣ ਦੇ ਮਾਮਲੇ ਦੇ ਵਿੱਚ ਕੱਲ ਹਾਈ ਕੋਰਟ ਦੇ ਵਿੱਚ ਸੁਣਵਾਈ ਸੀ, ਸੁੰਦਰ ਸ਼ਾਮ ਅਰੋੜਾ ਫਾਈਨਲੀ ਉਹਨਾਂ ਨੂੰ ਰਿਲੀਫ ਮਿਲ ਗਿਆ ਤੇ ਉਸ ਕੇਸ ਦੇ ਵਿੱਚ ਤੇ ਉਹਨਾਂ ਦੀ ਬੇਲ ਹੋ ਗਈ। ਪਰ ਜਿਹੜਾ ਉਹ ਗੁਲਮੋਹਰ ਟਾਊਨਸ਼ਿਪ ਵਾਲਾ ਕੇਸ ਹੈਗਾ, ਉਸ ਕੇਸ ਦੇ ਵਿੱਚ ਅੱਗੇ ਚੱਲ ਕੇ ਉਹਨਾਂ ਨੂੰ ਰਿਹਾਈ ਮਿਲ ਜਾਏਗੀ, ਕਿਉਂਕਿ ਚਲਾਨ ਤੇ ਉਹਦਾ ਵੀ ਪੇਸ਼ ਹੋ ਗਿਆ। ਹਜੇ ਉਹਨਾਂ ਦੀ ਰਿਹਾਈ ਕਦੋਂ ਹੋਏਗੀ ਇਹਦੇ ਉੱਤੇ ਇੱਕ ਸਵਾਲੀਆ ਨਿਸ਼ਾਨ ਜ਼ਰੂਰ ਬਣਿਆ ਹੋਇਆ। ਔਰ ਗੁਲਮੋਹਰ ਟਾਊਨਸ਼ਿਪ ਦੇ ਕੇਸ ਦੇ ਵਿੱਚ ਹੀ ਕੱਲ ਹਾਈ ਕੋਰਟ ਨੇ ਉਸ ਟਾਊਨਸ਼ਿਪ ਦੇ 3 ਡਾਇਰੈਕਟਰ ਜਿਹੜੇ ਸੀਗੇ, ਗੁਰਪ੍ਰੀਤ ਸਿੰਘ, ਜਗਦੀਪ ਸਿੰਘ ਤੇ ਰਾਕੇਸ਼ ਕੁਮਾਰ, ਤਿੰਨਾਂ ਨੂੰ ਬੇਲ ਤੋਂ ਨਾ ਕਰਤੀ ਹੈ। ਹੁਣ ਉਹਨਾਂ ਡਾਇਰੈਕਟਰਾਂ ਨੂੰ ਬੇਲ ਤੋਂ ਨਾ ਕਰਨ ਤੋਂ ਬਾਅਦ ਸੁੰਦਰ ਸ਼ਾਮ ਅਰੋੜਾ ਨੂੰ ਇਸ ਕੇਸ ਦੇ ਵਿੱਚ ਕੀ ਬੇਲ ਮਿਲਦੀ ਹੈ, ਫਿਰ ਤੁਸੀਂ ਕਹੋਗੇ ਕਿ ਸਵਾਲੀਆ ਨਿਸ਼ਾਨ ਤੇ ਇਹਦੇ ਉੱਤੇ ਵੀ ਲੱਗਿਆ। ਤੀਜਾ ਕੇਸ ਕਾਂਗੜ ਸਾਹਿਬ ਦਾ ਕੱਲ ਖੁੱਲਿਆ। ਕਾਂਗੜ ਸਾਹਿਬ ਨੂੰ ਮਾਰਚ 20 ਨੂੰ ਵਿਜੀਲੈਂਸ ਬਿਊਰੋ ਨੇ ਬੁਲਾਇਆ ਸੀਗਾ ਔਰ ਕਿਹਾ ਸੀ ਪ੍ਰਾਪਰਟੀ ਦੇ ਆਪਣਾ ਸਾਰਾ ਬਿਊਰਾ ਲੈ ਕੇ ਹਫ਼ਤੇ ਦੇ ਬਾਅਦ ਪਹੁੰਚੋ। ਕਾਂਗੜ ਸਾਹਿਬ ਨਹੀਂ ਪਹੁੰਚੇ। ਵਿਜੀਲੈਂਸ ਨੂੰ ਗੁੱਸਾ ਆ ਗਿਆ ਤੇ ਉਹਨਾਂ ਨੇ ਕਾਂਗੜ ਸਾਹਿਬ ਦੀ ਸਾਰੀ ਇਨਵੈਸਟੀਗੇਸ਼ਨ ਤੋਂ ਆਪਣੇ ਆਪ ਨੂੰ ਕਿਹਾ ਅਸੀਂ ਡਿਸਸੈਟੀਸਫਾਈਡ ਹਾਂ। ਔਰ ਕੁਝ ਵਿਜੀਲੈਂਸ ਬਿਊਰੋ ਨੇ ਆਪਣੀ ਪ੍ਰੋਬ ਵੀ ਕੀਤੀ ਹੈ। ਉਹਨਾਂ ਨੇ ਵੀ ਕੁਝ ਪ੍ਰਾਪਰਟੀਆਂ ਦਾ ਖੰਗਾਲ ਕੇ ਰਿਪੋਰਟ ਜਿਹਾ ਉਹ ਤਿਆਰ ਕੀਤਾ ਹੈ ਕਿ ਕਾਂਗੜ ਸਾਹਿਬ ਜਦ ਐਤਕੀ ਆਣਗੇ ਨਾ ਤੇ ਕੁਝ ਤੇ ਰਿਕਾਰਡ ਉਹ ਲੈ ਕੇ ਆਣਗੇ, ਕੁਝ ਅਸੀਂ ਆਪਣਾ ਤੋਰਾਂਗੇ ਤੇ ਅੱਗੇ ਚੱਲ ਕੇ ਕਾਂਗੜ ਸਾਹਿਬ ਦੀ ਮੁਸ਼ਕਿਲਾਂ ਵੱਧ ਸਕਦੀ ਹੈ। ਮਦਨ ਲਾਲ ਜਲਾਲਪੁਰ, ਉਹ ਪਟਿਆਲੇ ਵਾਲੀ ਸਾਈਡ, ਜਿੱਥੇ ਇੱਕ ਜ਼ਮੀਨਾਂ ਦੇ ਘੁਟਾਲੇ ਨੂੰ ਲੈ ਕੇ ਲੈਂਡ ਐਕਵਾਇਰ ਦੇ ਉੱਤੇ ਪੰਚਾਇਤੀ ਉਹ ਕੁਝ ਇੱਕ ਕੇਸ ਵਿਜੀਲੈਂਸ ਬਿਊਰੋ ਨੇ ਦਰਜ ਕੀਤਾ ਸੀਗਾ। ਉਹਦੇ ਵਿੱਚ ਮਦਨ ਲਾਲ ਜਲਾਲਪੁਰ ਦੇ ਕੇਸ ਦੇ ਵਿੱਚ ਹਾਈ ਕੋਰਟ ਦੇ ਵਿੱਚ ਪਟੀਸ਼ਨ ਪੈਂਡਿੰਗ ਸੀ। ਅੱਜ ਉਹਦੀ ਸੁਣਵਾਈ ਹੋਣੀ ਹੈ। ਹੁਣ ਜਲਾਲਪੁਰ ਸਾਹਿਬ ਨੂੰ ਕੀ ਰਾਹਤ ਮਿਲਦੀ ਹੈ ਇਹ ਵੀ ਅੱਜ ਪਤਾ ਲੱਗ ਜਾਊਗਾ। ਔਰ ਜਿੱਥੇ ਤੱਕ ਵਿਜੀਲੈਂਸ ਦੇ ਕਈ ਕੇਸ ਤੁਰਦੇ ਨੇ ਔਰ ਸਾਰੇ ਕੇਸਿਸ ਦੇ ਵਿੱਚ ਇਨਵੈਸਟੀਗੇਸ਼ਨ ਰੋਜ਼ ਔਰ BIS ਚਾਲ, ਭਰਤਿੰਦਰ ਸਿੰਘ ਚਾਲ, ਉਹ ਵਿਜੀਲੈਂਸ ਦੇ ਸਾਹਮਣੇ ਕਦੋਂ ਪੇਸ਼ ਹੁੰਦੇ ਨੇ, ਨੋਟਿਸ ਤੇ ਗਿਆ ਹੋਇਆ ਉਹਨਾਂ ਨੂੰ, ਪਰ ਪਿਛਲੀ 3 ਡੇਟਾਂ ਨੂੰ ਮਿਸ ਕਰ ਗਏ ਨੇ। ਹੁਣ ਚੌਥੀ ਡੇਟ ਦੇ ਵਿੱਚ ਉਹ ਵਿਜੀਲੈਂਸ ਦੇ ਸਾਹਮਣੇ ਆਉਂਦੇ ਆ ਜਾਂ ਨਹੀਂ ਆਉਂਦੇ ਆ, ਕਿਉਂਕਿ ਵਿਜੀਲੈਂਸ ਦਾ ਭਵਨ ਤੇ ਵਿਜੀਲੈਂਸ ਦਾ ਦਫ਼ਤਰ ਚਾਲ ਸਾਹਿਬ ਦਾ ਬੜਾ ਜਾਣਿਆ ਪਛਾਣਿਆ ਹੈ, ਕਿਉਂਕਿ ਇੱਕ ਟਾਈਮ ਹੁੰਦਾ ਸੀ ਤੂਤੀ ਬੋਲਦੀ ਸੀ ਚਾਲ ਸਾਹਿਬ ਦੀ। ਅੱਜ ਉਸ ਤੂਤੀ ਬੋਲਣ ਵਾਲੇ ਉਸ ਦਫ਼ਤਰ ਦੇ ਵਿੱਚ ਉਹ ਪੇਸ਼ ਹੋਣ ਤੋਂ ਕਤਰਾ ਰਹੇ ਨੇ, ਪਰ ਚਲੋ ਆਣਾ ਤੇ ਪਏਗਾ ਹੀ। ਸਵਾਦ ਲੈਣੋਂ ਨਹੀਂ ਖੁੰਝਦੇ ਤੁਸੀਂ। ਚਲੋ ਚੰਗੀ ਗੱਲ ਆ, ਇਹ ਵੀ ਇੱਕ ਤਰੀਕਾਕਾਰ ਹੁੰਦਾ ਹੈ। ਮੈਨੂੰ ਲੱਗਦਾ ਵਿਜੀਲੈਂਸ ਨੂੰ ਥੋੜਾ ਜਿਹਾ ਨਾ ਦਮ ਮਿਲਿਆ ਹੋਇਆ, ਕਿਉਂਕਿ ਖਬਰਾਂ ਇੱਧਰ ਉੱਧਰ ਬਹੁਤ ਸੀ। ਵੱਡੀਆਂ ਸੁਰਖੀਆਂ ਦੇ ਸਾਹਮਣੇ ਛੋਟੀਆਂ ਸੁਰਖੀਆਂ ਪਿਛਲੇ ਸਫ਼ਿਆਂ ਤੇ ਚਲੀਆਂ ਜਾਂਦੀਆਂ। ਇਸ ਕਰਕੇ ਮੈਨੂੰ ਲੱਗਦਾ ਕਿ ਅਗਲੇ ਦਿਨ ਭਾਰੀ ਹੋਣ ਵਾਲੇ ਆ
ਪੰਜਾਬ ਦੇ ਕਿਸੇ ਲੀਡਰ ਤੇ ਜਾਂ ਕਿਸੇ ਹੋਰ ਪਾਸੇ ਕਿਸੇ ਅਫਸਰ ਤੇ, ਕਿਉਂਕਿ ਬਹੁਤੀ ਦੇਰ ਵਿਜੀਲੈਂਸ ਖਬਰਾਂ ਤੋਂ ਬਾਹਰ ਰਹਿੰਦੀ ਨਹੀਂ 1 ਸਾਲ ਦੇ ਵਿੱਚ ਸਰਕਾਰ ਦੇ ਨਜ਼ਰੀਏ ਤੋਂ। ਸੋ ਸਪੈਸ਼ਲ ਡੀਜੀਪੀ ਵਰਿੰਦਰ ਕੁਮਾਰ ਹੁਣ ਕੀ ਗਿਣਤੀਆਂ ਮਿਣਤੀਆਂ ਕਰ ਰਹੇ ਹੋਣਗੇ ਕਿ ਵਿਜੀਲੈਂਸ ਫਿਰ ਨੰਬਰ 1 ਤੇ ਖਬਰਾਂ ਚ ਆਵੇ, ਕਿਉਂਕਿ ਇਹ ਹੁੰਦੀ ਆ ਅੰਕੜਿਆਂ ਦੀ ਦੌੜ, ਕਦੇ ਮੈਂ ਉੱਤੇ ਕਦੇ ਤੂੰ ਉੱਤੇ। ਸੋ ਇਹ ਵੇਖਣ ਵਾਲੀ ਗੱਲ ਆ ਕਿ ਹੁਣ ਕਿਹੜੀ ਖਬਰ ਬਣਦੀ ਆ। ਤੇ ਇੰਦਰਪ੍ਰੀਤ ਜੀ, ਆਪਣੇ PSPCL ਨਾਲ ਰੋਜ਼ ਹੀ ਕੁਝ ਨਾ ਕੁਝ, ਕਦੇ ਚੰਗਾ ਕਦੇ ਮਾੜਾ ਵਾਪਰਦਾ ਹੀ ਰਹਿੰਦਾ। ਖਬਰਾਂ ਤੇ 2 ਹੋਰ ਬੜੀਆਂ ਸੋਹਣੀਆਂ ਲੱਗੀਆਂ ਸੀ ਅੰਕੜਿਆਂ ਵਾਲੀਆਂ, ਜਾਂ ਆਪਾਂ ਉਹਦੇ 'ਚ ਨਹੀਂ ਜਾਣਾ। ਮੈਨੂੰ ਯਾਦ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਜਾਣ ਹੀ ਵਾਲੇ ਸੀ, ਉਹਨਾਂ ਨੂੰ ਥੋੜੀ ਪਤਾ ਸੀ ਵੀ ਉਹ ਜਾਣ ਵਾਲੇ, ਉਹ ਤੇ ਬਿੱਜ ਪੈ ਗਈ ਰਾਤੋਂ ਰਾਤ। ਉਹ ਤੇ ਕਹਿੰਦੇ ਸੀ 6 ਮਹੀਨੇ ਪਹਿਲਾਂ ਮੈਨੂੰ ਕੌਣ ਲਾ ਦੂ। ਪਰ ਜਾਣ ਤੋਂ ਪਹਿਲਾਂ ਉਹਨਾਂ ਨੇ ਇੱਕ ਦਿਨ ਇੰਜੀਨੀਅਰਸ ਸੱਦੇ ਹੋਏ ਸੀ ਤੇ ਮੈਨੂੰ ਮਿਲੀ ਕੰਸੋਲ ਦੇ ਵਿੱਚ ਫਾਈਨਲ ਫੈਸਲਾ ਹੋ ਗਿਆ ਵੀ ਇਹਨਾਂ ਨੂੰ ਦਿਓ ਸਾਰਿਆਂ ਨੂੰ ਨੋਟਿਸ। ਇਹਨਾਂ ਨੇ ਆਪਣੇ ਜਿਹੜੇ ਸਾਡੇ ਨਾਲ ਕਈ ਮਾਮਲਿਆਂ ਦੇ ਵਿੱਚ ਵੀ ਉਹ ਧੱਕੇ ਧੁੱਕੇ ਕੀਤੇ ਆ, ਕਿਉਂਕਿ ਰੌਲਾ ਬੜਾ ਪਿਆ ਸੀ ਕਿ ਇਹ ਜਿਹੜੇ ਪਾਵਰ ਪਰਚੇਜ ਐਗਰੀਮੈਂਟ ਆ ਇਹਨਾਂ ਨੂੰ ਰੱਦ ਕਰੋ ਤੇ ਇਹਨਾਂ ਤੇ ਵਾਈਟ ਪੇਪਰ ਲਿਆਓ, ਤੇ ਸਾਰੀਆਂ ਗੱਲਾਂ ਚੱਲਦੀਆਂ ਸੀ। ਹੁਣ ਉਦੋਂ ਵੀ ਰੌਲਾ ਪਿਆ ਸੀ ਕਿ ਫਿਕਸ ਚਾਰਜ, ਮਤਲਬ ਇਹ ਸਾਡੇ ਸਫੈਦ ਹਾਥੀ ਬਣ ਗਿਆ, ਚੱਲਣ ਨਾ ਚੱਲਣ ਪੰਜਾਬ ਦੇ ਲੋਕਾਂ ਦੇ ਉੱਤੇ ਬੋਝ ਪੈਂਦਾ ਰਹਿੰਦਾ। ਸਾਡੇ ਬਿਜਲੀ ਬਿੱਲਾਂ ਦੇ ਵਿੱਚ ਫਿਕਸ ਚਾਰਜ ਲਾ ਕੇ ਆਉਂਦੇ ਹੀ ਰਹਿੰਦੇ। ਖੜੇ ਥਰਮਲ ਪਲਾਂਟ ਨੂੰ ਬਿਜਲੀ ਪੈਦਾ ਨਾ ਵੀ ਕਰਨੀ ਹੋਵੇ ਭਰ ਸਰਦੀਆਂ ਦੇ ਵਿੱਚ ਤਾਂ ਵੀ ਪੈਸੇ ਦੇਣੇ ਪੈਂਦੇ ਆਮ ਪਬਲਿਕ ਨੂੰ। ਤੋਂ ਜਦੋਂ ਸੁਪਰੀਮ ਕੋਰਟ 'ਚ ਕੇਸ ਪਹੁੰਚਦਾ, PSPCL ਉੱਥੇ ਲੜ ਨਹੀਂ ਪਾਉਂਦੀ ਚੰਗੀ ਤਰ੍ਹਾਂ, ਜਾਂ ਅਗਲੇ ਜ਼ਿਆਦਾ ਚੰਗੀ ਤਰ੍ਹਾਂ ਲੜ ਗਏ। 500 ਕਰੋੜ ਦੀ ਰਾਹਤ ਲੈਣੀ ਸੀ ਕਰੋਨਾ ਟਾਈਮ ਦੀ, ਮਿਲੀ ਕੋਈ ਨਾ। ਹੱਥ ਅਗਲਿਆਂ ਦਾ ਉੱਤੇ ਹੋ ਗਿਆ। ਅਗਲੀ ਵਾਰ ਤੇ ਕਿਸੇ ਨੇ ਜ਼ਰੂਰਤ ਹੀ ਨਹੀਂ ਕਰਨੀ ਕੋਰਟ ਜਾਣ ਦੀ, ਵੀ ਟਾਈਮ ਵੀ ਖਰਾਬ ਹੁੰਦਾ, ਪੈਸੇ ਵੀ ਲੱਗਦੇ ਆ, ਵਕੀਲ ਵੀ ਮੋਟੇ ਕਰਨੇ ਪੈਂਦੇ, ਫੀਸਾਂ ਵੀ ਭਾਰੀਆਂ। ਕੀ ਕਹਿੰਦੇ ਹੋ ਰੰਧਾਵਾ ਸਾਹਿਬ? ਇਹ ਮਸਲਾ ਵੀ ਜਿਹੜਾ ਜ਼ਿਆਦਾਤਰ ਨਾ ਪੋਲੀਟੀਕਲੀ ਹੀ ਹੈ। ਜੇ ਤੁਸੀਂ ਆਪਾਂ ਪਹਿਲਾਂ ਕੱਲੇ ਸੁਪਰੀਮ ਕੋਰਟ ਦੀ ਗੱਲ ਕਰ ਲੈਂਦੇ, ਫਿਰ ਉਸ ਤੋਂ ਬਾਅਦ ਅਗਲੀ ਕਰਦੇ ਆ। ਸੁਪਰੀਮ ਕੋਰਟ ਨੇ ਦੇ ਵਿੱਚ ਇਹ ਜਿਹੜਾ ਕੇਸ ਗਿਆ ਹੋਇਆ ਸੀ, ਉਹਦੇ ਚ ਪਾਵਰਕੌਮ ਗਿਆ। ਪਹਿਲਾਂ ਉਹ ਹਾਈ ਕੋਰਟ ਚ ਗਿਆ ਸੀ, ਫਿਰ ਹਾਈ ਕੋਰਟ ਤੋਂ ਹਾਰਨ ਤੋਂ ਬਾਅਦ ਉਹ ਸੁਪਰੀਮ ਕੋਰਟ ਚਲੇ ਗਏ। ਇਹਨਾਂ ਨੇ ਅਪੀਲ ਕੀਤੀ ਸੀ ਆਪਣੇ ਪਾਵਰਕੌਮ ਨੇ। ਉਹਨਾਂ ਨੇ ਕਿਹਾ ਸੀਗਾ ਵੀ ਜਿਹੜੇ ਸਮਝੌਤੇ ਹੋਏ ਆ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ, ਉਹਦੇ ਵਿੱਚ ਇੱਕ ਕਲੌਜ਼ ਹੈ ਕਿ ਅਗਰ ਕੋਈ ਐਕਟ ਆਫ ਗੋਡ ਦਾ ਤਰ੍ਹਾਂ, ਕੋਈ ਭੁਚਾਲ ਆ ਗਿਆ, ਕੋਈ ਆਂਧੀ ਹੋ ਗਈ, ਬਾੜ ਆ ਗਈ ਜਾਂ ਕੁਛ ਆ ਗਿਆ, ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਆਉਂਦੀਆਂ ਨੇ, ਉਹਦੇ ਵਿੱਚ ਅਗਰ ਥਰਮਲ ਪਲਾਂਟ ਖੜ ਜਾਂਦੇ ਨੇ ਤਾਂ ਉਹ ਮਤਲਬ ਬਿਜਲੀ ਸਪਲਾਈ ਪ੍ਰੋਪਰ ਨਹੀਂ ਕਰ ਪਾਉਂਦੇ ਤਾਂ ਉਹਨਾਂ ਨੂੰ ਕੋਈ ਜੁਰਮਾਨਾ ਨਹੀਂ ਲੱਗੇਗਾ। ਜਾਂ ਸਰਕਾਰ ਇਸ ਤਰ੍ਹਾਂ ਜੇ ਸਰਕਾਰ ਦੀ ਆ ਜਾਏ ਤਾਂ ਉਹ ਖੜੇ ਪਲਾਂਟਾਂ ਦਾ ਉਹ ਨਹੀਂ ਦੇਗੀ, ਮਤਲਬ ਜਿਹੜਾ ਆਪਾਂ ਫਿਕਸ ਚਾਰजेस ਕਹਿੰਦੇ ਆ ਵੀ ਅਸੀਂ ਬਿਜਲੀ ਤਾਂ ਤੁਹਾਡੇ ਤੋਂ ਲਿੱਤੀ ਨਹੀਂ, ਤੇ ਪਰ ਥਰਮਲ ਪਲਾਂਟ ਕਹਿੰਦਾ ਵੀ ਸਾਡੀ ਤਾਂ ਅਸੀਂ ਤਾਂ ਇਨਵੈਸਟਮੈਂਟ ਕੀਤੀ ਹੋਈ ਹੈ ਨਾ, ਸਾਨੂੰ ਤਾਂ ਦਿਓ, ਤਾਂ ਉਹ ਪੈਸੇ ਸਾਨੂੰ ਦੇਣ ਦੀ ਲੋੜ ਨਹੀਂ। ਇਹ ਕਲੌਜ਼ ਹੈਗੀ ਹੈ ਇੱਕ। ਪਰ ਸੁਪਰੀਮ ਕੋਰਟ ਨੇ ਇਸ 'ਚ ਉਹਨਾਂ ਨੂੰ ਰਾਹਤ ਨਹੀਂ ਦਿੱਤੀ। ਉਹ ਕਹਿੰਦੇ ਵੀ ਕਰੋਨਾ ਜਿਹੜਾ ਹੈਗਾ ਉਹ ਐਕਟ ਆਫ ਗੋਡ ਦੇ ਉਸ 'ਚ ਨਹੀਂ ਲਿਆ ਜਾ ਸਕਦਾ, ਕਿਉਂਕਿ ਤੁਹਾਨੂੰ ਯਾਦ ਹੋਊਗਾ ਕਰੋਨਾ ਦੇ ਵਿੱਚ ਸਾਰਾ ਕੁਝ ਸਟੈਂਡ ਸਟਿਲ ਹੋ ਗਿਆ ਸੀਗਾ। ਸਾਰੀਆਂ ਫੈਕਟਰੀਆਂ ਬੰਦ, ਦਫ਼ਤਰ ਬੰਦ, ਸਿਰਫ ਘਰਾਂ ਤੱਕ ਲੋਕ ਸੀਮਿਤ ਰਹਿ ਗਏ ਸੀ। ਤੇ ਪੰਜਾਬ ਦੇ ਵਿੱਚ ਜੇ ਸਿਰਫ ਘਰੇਲੂ ਸੈਕਟਰ ਦੀ ਬਿਜਲੀ ਚੱਲ ਰਹੀ ਹੈ ਤਾਂ ਫਿਰ ਉਹ 2-2.5 ਹਜ਼ਾਰ ਮੈਗਾਵਾਟ ਤੋਂ ਜ਼ਿਆਦਾ ਦੀ ਫਿਰ ਹੈ ਨਹੀਂ। ਇੱਕ ਉਦੋਂ ਸੀਗੀਆਂ ਵੀ ਸਰਦੀਆਂ ਗਰਮੀਆਂ ਮਿਕਸਡਾ ਸੀ, ਪਰ ਇੰਨੇ ਨਾ ਕੋਈ AC ਚੱਲ ਰਹੇ ਸੀ ਨਾ ਕੁਝ ਹੋਰ, ਤਾਂ ਕਰਕੇ ਸਾਡੀ ਮਤਲਬ ਜਿਹੜੀ ਡਿਮਾਂਡ ਹੀ ਹੈ ਨਹੀਂ ਸੀਗੀ ਕਿ ਸਾਨੂੰ ਮਤਲਬ ਇੱਥੋਂ ਜਿਹੜਾ ਪ੍ਰਾਈਵੇਟ ਸੈਕਟਰ ਤੋਂ ਬਿਜਲੀ ਖਰੀਦਣੀ ਪਵੇ। ਤਾਂ ਉਹ ਸੁਪਰੀਮ ਕੋਰਟ ਨੇ ਮੰਨੀ ਨਹੀਂ ਹੈ, ਔਰ ਪੰਜਾਬ ਨੂੰ ਇਹ ਵੱਡਾ ਝਟਕਾ ਹੈ। ਜੇ ਅਗਰ ਉਹਨਾਂ ਦੀ ਉਹ ਲੱਗ ਜਾਂਦੀ ਤਾਂ 500 ਕਰੋੜ ਦਾ ਜਿਹੜਾ ਬੋਝ ਹੈ ਉਹ ਲੋਕਾਂ ਦੇ ਉੱਤੇ ਪਏਗਾ। ਹੁਣ ਜਿਹੜੀ ਤੁਸੀਂ ਗੱਲ ਕੈਪਟਨ ਸਾਹਿਬ ਹੋਰਾਂ ਦੀ ਕੀਤੀ ਕਿ ਉਹਨਾਂ ਨੇ ਲਾਸਟ ਦੇ 6 ਮਹੀਨੇ ਤੋਂ ਪਹਿਲਾਂ ਇਹ ਕੀਤਾ ਸੀ, ਐਕਚੁਅਲੀ ਕੀ ਸੀਗਾ ਕਿ ਸਰਕਾਰ ਆਉਣ ਤੋਂ ਪਹਿਲਾਂ ਸੁਨੀਲ ਜਾਖੜ ਜਿਹੜੇ ਮਤਲਬ ਬਾਅਦ ਚ ਕਾਂਗਰਸ ਦੇ ਪ੍ਰੈਜ਼ੀਡੈਂਟ ਵੀ ਬਣੇ ਸੀਗੇ, ਉਹਨਾਂ ਨੇ ਇਹ ਗੱਲ ਦੇ ਉੱਤੇ 2-3 ਵਾਰੀ ਪ੍ਰੈਸ ਕਾਨਫਰੰਸ ਕੀਤੀ ਕਿ ਸਾਨੂੰ ਜਿਹੜਾ ਇਹ ਬੋਝ ਪੈ ਰਿਹਾ ਫਿਕਸ ਚਾਰजेस ਦਾ, ਇਹ 1200 ਕਰੋੜ ਰੁਪਏ ਐਵਰੇਜ ਉਹਨਾਂ ਨੇ ਉਦੋਂ 2-3 ਸਾਲਾਂ ਦੀ ਸਾਡੇ ਸਾਹਮਣੇ ਰੱਖੀ ਸੀ, ਤੇ 2-3 ਸਾਲਾਂ 'ਚ ਸਾਨੂੰ 1200 ਕਰੋੜ ਰੁਪਇਆ ਬੋਝ ਪਿਆ ਸੀਗਾ। ਤਾਂ ਉਹਨਾਂ ਨੇ ਕਿਹਾ ਵੀ ਜਦੋਂ ਸਾਡੀ ਸਰਕਾਰ ਆਏਗੀ ਤਾਂ ਅਸੀਂ ਇਹਨੂੰ ਰੱਦ ਕਰਾਂਗੇ ਸਮਝੌਤਿਆਂ ਨੂੰ। ਪਰ ਜਦੋਂ ਸਰਕਾਰ ਆਈ ਤਾਂ ਉਹਨਾਂ ਨੇ ਇਹ ਚੀਜ਼ਾਂ ਨੂੰ ਪੁਸ਼ ਕੀਤਾ। ਈਵਨ ਉਹਨਾਂ ਦੀ ਕਈ ਵਾਰੀ ਝਗੜਾ ਵੀ ਹੋਇਆ, ਜਿਹੜਾ AG ਹੈਗੇ ਸੀ ਉਦੋਂ, ਉਹਨਾਂ ਨਾਲ ਵੀ ਝਗੜਾ ਹੋਇਆ ਵੀ ਇਹ ਕਰੋ। ਹਾਂ, ਉਹਨਾਂ ਨਾਲ ਝਗੜਾ ਵੀ ਹੋਇਆ ਵੀ ਤੁਸੀਂ ਯਾਰ ਇਹਨਾਂ ਨੂੰ ਜਿਹੜਾ ਹੈਗਾ ਪੁਸ਼ ਨਹੀਂ ਕਰ ਰਹੇ, ਤੁਸੀਂ ਇਹਨਾਂ ਦੇ ਹੱਕ 'ਚ ਹੀ ਖੜੇ ਦਿਖ ਰਹੇ ਹੋ। ਕਈ ਵਾਰੀ ਉਹਨਾਂ ਨੇ ਮਤਲਬ ਕੈਪਟਨ ਸਾਹਿਬ ਨਾਲ ਵੀ ਇਸ ਤੇ ਗੱਲ ਕੀਤੀ ਕਿ ਸਾਨੂੰ ਲੋਕਾਂ ਲਈ ਜਵਾਬਦੇਹੀ ਹੈ ਸਾਡੀ, ਅਸੀਂ ਕਹਿ ਕੇ ਆਏ ਹਾਂ ਵੀ ਅਸੀਂ ਜਿਹੜੇ ਆ ਮਹਿੰਗੇ ਚਾਰजेस ਸਾਨੂੰ ਪਈ ਜਾ ਰਹੇ ਨੇ, ਜਿਹਦੇ ਕਰਕੇ ਘਰੇਲੂ ਸੈਕਟਰ ਦੀ ਤੇ ਸਮੇਤ ਬਾਕੀ ਸਾਰੀਆਂ ਬਿਜਲੀਆਂ ਇੰਨੀਆਂ ਮਹਿੰਗੀਆਂ ਹੋ ਗਈਆਂ, ਸਾਨੂੰ ਰਾਹਤ ਦੇਣੀ ਚਾਹੀਦੀ ਹੈ।
ਇਹਦੇ ਤੇ ਮਤਲਬ ਕੈਪਟਨ ਸਾਹਿਬ ਦਾ ਇੱਕ ਮਤਲਬ ਜੋ ਬਿਊਰੋਕ੍ਰੇਸੀ ਦੱਸਦੀ ਹੈ ਵੀ ਸਰ ਅਸੀਂ ਬੰਦ ਨਹੀਂ ਕਰ ਸਕਦੇ ਜੀ, ਜੇ ਅਸੀਂ ਏਦਾਂ ਐਡੇ ਵੱਡੇ ਕੰਪਨੀਆਂ ਦੇ ਥਰਮਲ ਪਲਾਂਟ ਏਦਾਂ ਰੱਦ ਕਰ ਦਾਂਗੇ ਸਮਝੌਤੇ, ਤਾਂ ਉਦੋਂ ਫਿਰ ਸਬਮਿਟ ਕਿਵੇਂ ਕਰਾਂਗੇ, ਉਹਨਾਂ ਨੂੰ ਬੁਲਾਵਾਂਗੇ ਕਿਵੇਂ? ਕਿਉਂਕਿ ਫਿਰ ਤਾਂ ਸਾਡੇ ਬਾਰੇ ਇਹ ਚਲਾ ਹੀ ਜਾਏਗਾ ਕਿ ਜੀ ਇਹਨਾਂ ਨੂੰ ਤਾਂ ਜੋ ਅੱਜ ਸਮਝੌਤਾ ਕਰਦੇ ਆ ਕੱਲ ਨੂੰ ਦੂਸਰੀ ਸਰਕਾਰ ਆ ਕੇ ਰੱਦ ਕਰ ਦਿੰਦੀ ਹੈ, ਤਾਂ ਸਾਡੇ ਨਿਵੇਸ਼ ਤੇ ਬਹੁਤ ਬੁਰਾ ਪ੍ਰਭਾਵ ਪਏਗਾ। ਪਰ ਫਿਰ ਵੀ ਇੱਕ ਜਿਹੜੀ ਕਲੌਜ਼ ਸੀਗੀ ਜਿਹੜੀ ਇਹ ਸਮਝੌਤਿਆਂ ਦੇ ਵਿੱਚ ਹੈ, ਉਹ ਇਹ ਹੈਗੀ ਹੈ ਕਿ ਜਿੱਥੇ ਚੂਕ ਹੈਗੀ ਹੈ, ਉਹ ਮੈਂ ਇਹਨਾਂ ਨਾਲ ਜਿਹੜੇ ਪਾਵਰਕਾਮ ਦੇ ਜਿਹੜੇ ਵੱਡੇ ਸੈਕਟਰੀ ਰਹੇ ਉਹਨਾਂ ਨਾਲ ਵੀ ਕਈ ਵਾਰ ਗੱਲ ਕੀਤੀ ਸੀ ਕਿ ਉੱਥੇ ਚੂਕ ਹੈ ਕਿ ਉਹਨਾਂ ਨੇ ਇਹ ਕਿਹਾ ਹੋਇਆ ਵੀ ਜਿੰਨੀ ਬਿਜਲੀ ਇਹ ਥਰਮਲ ਪਲਾਂਟ ਪੈਦਾ ਕਰਨਗੇ ਉਹ ਸਾਰੀ ਦੀ ਸਾਰੀ ਹਾਂ ਪੰਜਾਬ ਖਰੀਦੇਗਾ। ਉਹਦੇ ਚ ਐਕਚੁਅਲੀ ਕਲੌਜ਼ ਇਹ ਚਾਹੀਦੀ ਸੀ ਵੀ ਪਹਿਲ ਪੰਜਾਬ ਕਰੇਗਾ, ਜਿੰਨੀ ਉਹਨੂੰ ਚਾਹੀਦੀ ਹੋਏਗੀ ਉਹ ਲੈ ਲੇਗਾ, ਅਗਰ ਬਾਕੀ ਦੀ ਬਚਦੀ ਹੈ ਉਹ ਇਹਨਾਂ ਨੂੰ ਪੂਰੇ ਇੰਡੀਆ 'ਚ ਜਿੱਥੇ ਵੀ ਵੇਚਣ ਦੇ ਉਹ ਹੈਗੇ ਨੇ ਉੱਥੇ ਦੇ ਦੇਣ। ਇਹ ਕਲੌਜ਼ ਐਕਚੁਅਲੀ ਨਹੀਂ ਪਾਈ ਹੋਈ, ਜਿਹਦੇ ਕਰਕੇ ਸਾਨੂੰ ਇਹ ਫਿਕਸ ਚਾਰजेस ਜਿਹੜੇ ਹੈਗੇ ਆ ਉਹ ਹਰ ਵਾਰੀ ਪੈਂਦੇ ਆ, ਕਿਉਂਕਿ ਸਾਡੀ ਜਿਹੜੀ ਡਿਮਾਂਡ ਹੈ ਉਹ ਸਿਰਫ ਪੈਡੀ ਸੀਜ਼ਨ ਦੇ ਵਿੱਚ ਹੀ ਜਿਹੜੀ ਹੈਗੀ ਹੈ ਉਹ 14-15 ਹਜ਼ਾਰ ਕਰੋੜ ਦੇ ਆਸ-ਪਾਸ ਪਹੁੰਚਦੀ ਹੈ। ਅਦਰਵਾਈਜ਼ ਸਾਡੀ ਜਿਹੜੀ ਡਿਮਾਂਡ ਹੈਗੀ ਹੈ ਉਹ 7-8 ਹਜ਼ਾਰ ਕਰੋੜ ਜਾਂ 9 ਹਜ਼ਾਰ ਕਰੋੜ ਦੇ ਆਸ-ਪਾਸ ਰਹਿ ਜਾਂਦੀ ਹੈ, ਜਿਹਦੇ ਕਰਕੇ ਫਿਰ ਸਾਨੂੰ ਇਹ ਜਿਹੜੀ ਬਿਜਲੀ ਹੈਗੀ ਹੈ ਇਹ ਲੋਡ ਨਹੀਂ ਪੈਂਦੀ। ਇਨ ਬਿਟਵੀਨ ਤੁਹਾਨੂੰ ਯਾਦ ਹੋਊਗਾ ਜਿਹੜੀ ਸੋਲਰ ਪਾਵਰ ਹੈਗੀ ਹੈ ਉਸ ਤੇ ਵੀ ਗਵਰਨਮੈਂਟ ਆਫ ਇੰਡੀਆ ਨੇ ਕਿਹਾ ਹੋਇਆ ਸਾਨੂੰ ਕਿ ਸੋਲਰ ਪਾਵਰ ਸਮੇਤ ਜਿਹੜੀ ਕੋ ਜਨਰੇਸ਼ਨ ਪਲਾਂਟਸ ਨੇ ਇਹਨਾਂ ਦੀ ਬਿਜਲੀ ਤਾਂ ਤੁਹਾਨੂੰ ਖਰੀਦਣੀ ਮਸਟ ਹੈ, ਤੁਸੀਂ ਬਾਕੀ ਹੋਰ ਕੋਈ ਖਰੀਦੋ ਨਾ ਖਰੀਦੋ, ਇਹ ਜ਼ਰੂਰ ਖਰੀਦਣੀ ਹੈ। ਤੇ ਉਹ ਹੁਣ ਸਾਡੀ 16-1700 ਮੈਗਾਵਾਟ ਪਹੁੰਚ ਚੁੱਕੀ ਹੈ ਉਹ ਵੀ, ਤੇ ਉਹ ਥੋੜੀ ਮਹਿੰਗੀ ਵੀ ਪੈਂਦੀ ਹੈ, ਪਰ ਕਿਉਂਕਿ ਉਹ ਗ੍ਰੀਨ એનર્ਜੀ ਹੈ ਇਸ ਕਰਕੇ ਸਾਨੂੰ ਉਹ ਖਰੀਦਣੀ ਪੈਂਦੀ ਹੈ। ਜੇ ਅਸੀਂ ਉਹ ਖਰੀਦਦੇ ਹਾਂ ਤੇ ਫਿਰ ਪ੍ਰਾਈਵੇਟ ਤੋਂ ਨਹੀਂ ਖਰੀਦ ਪਾਉਂਦੇ। ਸੋ ਅਸੀਂ ਦੋਨੋਂ ਪਾਸੇ ਹੀ ਫਸੇ ਹੋਏ ਹਾਂ, ਪੰਜਾਬ ਪਾਵਰਕਾਮ ਦਾ ਦੋਨੋਂ ਪਾਸੇ ਫਸਿਆ ਹੋਇਆ ਵੀ ਜਾਂ ਤਾਂ ਮਹਿੰਗੀ ਖਰੀਦ ਲੇ, ਜੇ ਸਸਤੀ ਖਰੀਦੂਗਾ ਨਹੀਂ ਖਰੀਦੂਗਾ ਤਾਂ ਉਹਨੂੰ ਨਾ ਖਰੀਦਣ ਦੇ ਵੀ ਪੈਸੇ ਦੇਣੇ ਪੈਣੇ। ਜਦੋਂ ਇਹ ਸ਼ੁਰੂਆਤ ਦੇ ਵਿੱਚ ਮਾਮਲਾ ਆਉਂਦਾ ਨਾ ਉਦੋਂ ਤੇ ਇਹ ਰੌਲੇ ਸੀਗੇ ਕਿ ਜਦੋਂ ਇਹ ਥਰਮਲ ਪਲਾਂਟ ਲਾਏ ਗਏ ਉਦੋਂ ਮੰਗ ਕਿੰਨੀ ਸੀ ਤੇ ਉਸ ਮੰਗ ਤੋਂ ਜ਼ਿਆਦਾ 2-3 ਹਜ਼ਾਰ ਮੈਗਾਵਾਟ ਜ਼ਿਆਦਾ ਕਿਉਂ ਲਾ ਲਏ ਗਏ। ਸਵਾਲ ਇਹ ਵੀ ਉੱਠਿਆ ਸੀ ਕਿ ਉਹਦੇ ਫਿਕਸ ਚਾਰਜ ਸਾਡੇ ਸਿਰ ਤੇ ਮੜਤੇ ਗਏ, ਮਤਲਬ ਤੁਹਾਨੂੰ ਲੋਡ ਜਿੰਨੀ ਸੀ ਉਸ ਤੋਂ ਤੁਸੀਂ ਕਾਫੀ ਜ਼ਿਆਦਾ ਵਧਾ ਕੇ ਥਰਮਲ ਪਲਾਂਟ ਲਾਏ। ਦੂਜੀ ਗੱਲ ਇਹਦੇ ਵਿੱਚ ਅਹਿਮ ਸੀਗੀ ਕਿ ਤੁਸੀਂ ਉਹਨਾਂ ਦੇ ਅੱਗੇ ਰੁਕਾਵਟ ਖੜੀ ਕਰਤੇ ਕਿ ਤੁਸੀਂ ਬਾਹਰ ਨਹੀਂ ਵੇਚ ਸਕਦੇ, ਤੁਹਾਨੂੰ ਇੱਥੇ ਵੇਚਣੀ ਪਊਗੀ। ਤੇ ਜੇ ਪੰਜਾਬ 'ਚ ਵੇਚਦੇ ਆ, ਮੰਨ ਲਓ ਜੇ ਉਹ ਬਣਾਉਂਦੇ ਇੰਨੀ ਆ, ਉਹਨਾਂ ਦੀ ਸਮਰੱਥਾ ਇੰਨੀ ਆ ਤੇ ਤੁਸੀਂ ਨਹੀਂ ਖਰੀਦ ਪਾਓਗੇ ਤੇ ਫਿਰ ਤੁਹਾਨੂੰ ਫਿਕਸ ਚਾਰਜ ਦੇਣੇ ਪੈਣਗੇ। ਇਸ ਕਰਕੇ ਇੱਥੇ ਵੀ ਗਲਤੀ ਹੋਈ। ਅੱਜ ਤੱਕ ਬਾਕੀ ਸਭ ਜਾਂਚਾਂ ਹੋ ਗਈਆਂ, ਸੋਲਰ ਤੇ ਬਾਕੀ ਜਿਹੜੇ ਥਰਮਲ ਤੋਂ ਇਲਾਵਾ ਪਲਾਂਟ ਲੱਗੇ ਜਿਨ੍ਹਾਂ ਚੋਂ 18 ਰੁਪਏ ਤੱਕ ਦੀ ਬਿਜਲੀ ਖਰੀਦੀ ਜਾਂਦੀ। 18 ਰੁਪਏ ਤੱਕ ਦੇ ਸਮਝੌਤੇ ਹੋਏ ਆ ਨਾ ਜੀ। ਬਿਲਕੁਲ ਉਹਦੇ ਉੱਤੇ ਕਿਉਂ ਨਹੀਂ ਕੋਈ ਜਾਂਚ ਹੋਈ ਕਿ ਆਖਰ ਇੰਨੇ ਮਹਿੰਗੇ ਰੇਟਾਂ ਦੇ ਉੱਤੇ ਇਹ ਸਮਝੌਤੇ ਇਹਨਾਂ ਸੋਲਰ ਜਾਂ ਬਾਕੀ ਜਿਹੜੇ ਹੈਗੇ ਆ ਪਲਾਂਟ ਉਹਨਾਂ ਨਾਲ, ਜਿਨ੍ਹਾਂ ਨੂੰ ਗ੍ਰੀਨ ਐਨਰਜੀ ਤੁਸੀਂ ਕਹਿੰਦੇ ਹੋ, ਵੀ ਉਹਨਾਂ ਨਾਲ ਇਹ ਸਮਝੌਤੇ ਕਿਉਂ ਕੀਤੇ, ਕਿੰਨੇ ਕੀਤੇ, ਕਿੰਨੇ ਇਨੀਸ਼ੀਏਟ ਕੀਤਾ, ਕੌਣ ਬੰਦੇ ਨੇ ਉਹ? ਕਿਤੇ ਕੋਈ ਸਿਆਸੀ ਬੰਦਿਆਂ ਦੇ ਤਾਂ ਨਹੀਂ ਲੱਗੇ ਹੋਏ, ਕਿਤੇ ਮਿਲ ਕੇ ਤਾਂ ਨਹੀਂ ਗੇਮ ਖੇਡੀ ਗਈ? ਸਾਰੇ ਹੀ ਚੁੱਪ ਨੇ। ਵੈਸੇ 75-25 ਦੀ ਗੱਲ ਵੀ ਚੱਲਦੀ ਹੁੰਦੀ ਸੀ, ਸਾਨੂੰ ਥੋੜੀ ਪਤਾ। ਲੋਕ ਕਹਿੰਦੇ ਭਾਸਕਰ ਸਾਹਿਬ ਆਖਰੀ ਟਿੱਪਣੀ। ਜਿੱਥੇ ਤੱਕ ਗੱਲ ਰੰਧਾਵਾ ਜੀ ਸੁਖਬੀਰ ਸਿੰਘ ਬਾਦਲ ਦੀ ਹੈ ਤੇ ਤਾਰੀਫ ਕਰਨੀ ਤੇ ਬਣਦੀ ਹੈ। ਸੁਖਬੀਰ ਸਿੰਘ ਬਾਦਲ ਉਹਨਾਂ ਦਾ ਉਹ ਰਾਜ ਜਦ ਇਹ ਪਾਵਰ ਪਰਚੇਜ਼ ਐਗਰੀਮੈਂਟ ਸਾਈਨ ਹੋਏ ਸੀ, ਉਸ ਤੋਂ ਬਾਅਦ 3 ਸਰਕਾਰਾਂ ਚੇਂਜ ਹੋ ਗਈਆਂ, ਭਾਵੇਂ ਕੈਪਟਨ ਅਮਰਿੰਦਰ ਸਿੰਘ ਹੋਣ, ਚਰਨਜੀਤ ਸਿੰਘ ਚੰਨੀ ਹੋਣ ਤੇ ਹੁਣ ਭਗਵੰਤ ਮਾਨ ਹੋਣਾ। ਤਿੰਨਾਂ ਸਰਕਾਰਾਂ ਨੇ ਬੜਾ ਜ਼ੋਰ ਦੇ ਕੇ ਇਹ ਕਿਹਾ ਕਿ ਅਸੀਂ ਪਾਵਰ ਪਰਚੇਜ਼ ਐਗਰੀਮੈਂਟ ਦੇ ਵਿੱਚ ਹੋਏ ਜਿਹੜੇ ਫਾਲਟ ਨੇ, ਜਿਹਦੇ ਵਿੱਚ ਪੰਜਾਬ ਦੇ ਹਿੱਤਾਂ ਨੂੰ ਇੱਕ ਤਰੀਕੇ ਨਾਲ ਸੁੱਟ ਦਿੱਤਾ ਗਿਆ, ਅਸੀਂ ਇਹਦੀ ਇਨਵੈਸਟੀਗੇਸ਼ਨ ਕਰਕੇ ਇਹ ਪਾਵਰ ਪਰਚੇਜ਼ ਐਗਰੀਮੈਂਟ ਰੱਦ ਕਰਾਂਗੇ। 3 ਸਰਕਾਰਾਂ ਲੈਂਸ ਲਾ ਕੇ ਸਾਰੇ ਕਲੌਜ਼ ਦੇਖੇ, ਹਜੇ ਤੱਕ ਕੋਈ ਵੀ ਇਸ ਤਰ੍ਹਾਂ ਦੀ ਐਕਟੀਵਿਟੀ ਨਹੀਂ ਕਰ ਪਾਏ ਕਿ ਇਹਨਾਂ ਨੂੰ ਅਸੀਂ ਰੱਦ ਕਰ ਸਕੀਏ। ਹੁਣ ਤਾਰੀਫ ਕਰਨੀ ਤੇ ਬਣਦੀ ਹੈ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਤੇ ਉਹਨਾਂ ਦੀ ਟੀਮ ਦੀ। ਇੰਨਾ ਪੱਕਾ ਕੰਮ ਕੀਤਾ ਹੋਇਆ ਨਾ ਉਹਨਾਂ ਪਾਵਰ ਪਰਚੇਜ਼ ਐਗਰੀਮੈਂਟ ਵਿੱਚ। ਜਿਹੜੀ ਮਰਜ਼ੀ ਸਰਕਾਰ ਆ ਜਾਏ, ਕੇਜਰੀਵਾਲ ਉਹਨਾਂ ਆਪ ਵੀ ਪੰਜਾਬ ਵਿੱਚ ਆ ਕੇ ਬਹਿ ਜਾਣ, ਉਹਨਾਂ ਕਲੌਜ਼ਸ ਦੇ ਵਿੱਚ ਕੁਛ ਲੱਭ ਪਾਣਗੇ ਨਹੀਂ ਲੱਭ ਪਾਣਗੇ ਪਤਾ ਨਹੀਂ। ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਨਸ਼ਰ ਹੋਈ ਸੀ ਕਿ ਜਿੰਨੇ ਇਹ ਡਰਾਫਟ ਬਣਾਇਆ ਸੀ ਨਾ, ਉਸ ਅਫਸਰ ਦੀ ਤਲਾਸ਼ ਕੀਤੀ ਜਾਏਗੀ। ਹੁਣ ਇਹ ਤੇ ਉਹੀ ਗੱਲ ਹੋ ਗਈ ਜਿੱਦਾਂ ਕਹਿੰਦੇ ਨਾ, ਬਗਲ ਵਿੱਚ ਛੋਰਾ ਪਿੰਡ ਵਿੱਚ ਢਿੰਡੋਰਾ। ਉਹ ਅਫਸਰ ਜਿਨ੍ਹਾਂ ਨੇ ਇਹ ਜਿਹੜੇ ਡਾਕੂਮੈਂਟਸ ਜਾਂ ਡਰਾਫਟ ਬਣਾਏ ਸੀਗੇ, ਉਹਨਾਂ ਨੂੰ ਲੱਭਣਾ ਕਿੰਨਾ ਕੁ ਔਖਾ ਹੈ। ਉਸ ਖਬਰ ਤੋਂ ਬਾਅਦ ਅੱਜ ਤੱਕ ਉਹ ਛੋਰਾ ਜਿਹਦਾ ਪਿੰਡ 'ਚ ਢਿੰਡੋਰਾ ਪਾਇਆ ਨਹੀਂ ਮਿਲਿਆ ਤੇ ਫਿਰ ਉਹਦੇ ਖਿਲਾਫ ਐਕਸ਼ਨ ਕਿਉਂ ਨਹੀਂ ਹੋਇਆ? ਤੇ ਗੱਲਾਂ ਤੇ ਹੁਣ ਬਹੁਤ ਅੱਗੇ ਤੱਕ ਤੁਰ ਗਈਆਂ। ਅੱਜ ਅਸੀਂ ਸੁਪਰੀਮ ਕੋਰਟ ਤੋਂ ਝਟਕਾ ਲੈ ਕੇ ਆਏ। ਇੱਦਾਂ ਦੇ ਝਟਕੇ ਬਹੁਤ ਵਾਰ ਲੱਗੇ ਨੇ। ਤੁਹਾਨੂੰ ਯਾਦ ਹੋਏਗਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਟਾਈਮ
ਅਤੁਲ ਨੰਦਾ ਜਿਹੜੇ ਏਜੀ ਸੀਗੇ, ਉਹਨਾਂ ਨੇ ਸਾਫ਼ ਤੌਰ ਤੇ ਨਾ ਕਰਤੀ ਸੀ, ਕਿਸੇ ਵੀ ਤਰੀਕੇ ਨਾਲ ਇਹਨਾਂ ਪਾਵਰ ਪਰਚੇਜ਼ ਐਗਰੀਮੈਂਟ ਨੂੰ ਆਪਾਂ ਰੱਦ ਨਹੀਂ ਕਰ ਸਕਦੇ। ਕੋਰਟਾਂ ਦੇ ਵਿੱਚ ਅਸੀਂ ਖੜਨ ਜੋਗਾ ਵੀ ਨਹੀਂ ਰਹਿਣਾ, ਕਿਉਂਕਿ ਇਸ ਪਾਵਰ ਪਰਚੇਜ਼ ਐਗਰੀਮੈਂਟ ਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਕਿ ਤੁਸੀਂ ਕੋਰਟਾਂ ਦੇ ਵਿੱਚ ਉਹਨਾਂ ਨੂੰ ਸਪੇਸ ਹੀ ਨਹੀਂ ਕਰ ਸਕਦੇ। ਔਰ ਹੋਇਆ ਵੀ ਏਦਾਂ ਹੀ, ਕੋਰਟਾਂ ਦੇ ਵਿੱਚ ਪਹਿਲੀ ਡੇਟ ਦੇ ਵਿੱਚ ਸਾਰਾ ਕੁਝ ਪੰਜਾਬ ਸਰਕਾਰ ਨੇ ਇਹ ਕਰਤਾ, ਰੱਦ ਕਰਤਾ, ਉਹ ਕਰਤਾ, ਗੱਲ ਉੱਥੇ ਹੀ ਖੜੀ ਹੈ ਹਜੇ ਤੱਕ, ਔਰ ਅੱਗੇ ਚੱਲ ਕੇ ਵੀ ਉੱਥੇ ਹੀ ਖੜੀ ਰਹੇਗੀ। ਭਾਸਕਰ ਸਾਹਿਬ, ਤੁਸੀਂ ਸੁਖਬੀਰ ਬਾਦਲ ਦੀ ਗੱਲ ਕਰਦੇ ਹੋ, ਕੋਸ਼ਿਸ਼ ਕੀਤੀ ਕਿਸੇ ਨੇ ਗਲਤੀਆਂ ਲੱਭਣ ਦੀ? ਕਿਉਂਕਿ ਉਹ ਕੰਪਨੀਆਂ ਇੰਨੀਆਂ ਵੱਡੀਆਂ ਨੇ, ਕਾਰਪੋਰੇਟ ਅਦਾਰੇ ਐਡੇ ਸੌਖੇ ਨਹੀਂ ਇਹ ਮਾਮਲੇ ਹੈਗੇ ਜਿਹੜੇ ਤੁਸੀਂ ਸਮਝ ਰਹੇ ਹੋ। ਖੈਰ, ਆਪਾਂ ਇੱਥੇ ਬਹੁਤਾ ਨਹੀਂ ਜਾਣਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।